ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਂ ਇਹ ਨੇ ਕਿ ਜੇ ਕਿਸਾਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਨਹੀਂ ਹੋ ਰਹੀ ਤਾਂ ਅੰਦਰ ਖਾਤੇ ਕੀ ਕੁਝ ਚੱਲ ਰਿਹਾ। ਚਿੰਤਾਵਾਂ ਵੀ ਬਹੁਤ ਨੇ ਕਿਸਾਨਾਂ ਦੇ ਵਿੱਚ ਵੀ ਤੇ ਸਰਕਾਰ ਦੇ ਵਿੱਚ ਵੀ। ਸਰਕਾਰ ਵੀ ਇਸ ਗੱਲ ਨੂੰ ਸਮਝ ਰਹੀ ਹੈ ਕਿ ਅਗਲਾ ਕਿਸਾਨਾਂ ਦਾ ਜਿਹੜਾ ਐਕਸ਼ਨ ਹੈ, ਕਿਸਾਨਾਂ ਦਾ ਐਕਸ਼ਨ ਜਿਵੇਂ ਪਾਰਲੀਮੈਂਟ ਘੇਰਨ ਜਾਣਾ ਜਾਂ ਪਾਰਲੀਮੈਂਟ ਵੱਲ ਕੂਚ ਕਰਨਾ, ਉਹ ਕਿਸ ਤਰ੍ਹਾਂ ਦਾ ਹੋਏਗਾ, ਉਹਦੀ ਸਟ੍ਰੈਟਜੀ ਬਣ ਰਹੀ ਹੈ। ਤਾਂ ਦੂਜੇ ਪਾਸੇ ਸਰਕਾਰ ਦੇ ਵਿੱਚੋਂ ਕੋਈ ਨਾ ਕੋਈ ਨੁਮਾਇੰਦਾ, ਕੋਈ ਨਾ ਕੋਈ ਆਗੂ ਇਸ ਬਾਰੇ ਕਹਿ ਦਿੰਦਾ ਕਿ ਅਸੀਂ ਚਿੱਠੀ ਲਿਖ ਦਿੱਤੀ ਹੈ, ਅਸੀਂ ਗੱਲਬਾਤ ਦੇ ਲਈ ਕੋਈ ਨਾ ਕੋਈ ਰੋਡ ਮੈਪ ਤਿਆਰ ਕਰ ਰਹੇ ਹਾਂ, ਇਸ ਨੂੰ ਲੈ ਕੇ ਚਰਚਾ। ਪਰ ਜਦੋਂ ਅਸੀਂ ਪਿਛਲੀਆਂ ਘਟਨਾਵਾਂ ਦੀ ਗੱਲ ਕਰਦੇ ਹਾਂ ਕਿ 26 ਜਨਵਰੀ ਤੋਂ ਪਹਿਲਾਂ ਜੋ ਕੁਝ ਵਾਪਰਿਆ, ਕਿਹਾ ਇਹ ਜਾ ਰਿਹਾ ਸੀਗਾ, ਆਪਾਂ ਦੇਖਿਆ ਹੋਣਾ ਇੱਕ ਗੁਰਚਰਨ ਸਿੰਘ ਬੱਬਰ ਹੋਣੀ ਨੇ, ਉਹਨਾਂ ਦੀ ਦਿੱਲੀੋਂ ਵੀਡੀਓ ਵਾਇਰਲ ਹੋਈ ਸੀ। ਉਹਨਾਂ ਨੇ ਕਿਹਾ ਕਿ ਸਰਕਾਰ ਕੋਈ ਵੱਡਾ ਐਕਸ਼ਨ ਕਿਸਾਨਾਂ ਤੇ ਕਰ ਸਕਦੀ ਹੈ ਤੇ ਉਸ ਤੋਂ ਬਾਅਦ ਇਹੋ ਜਿਹਾ ਕੁਝ ਵਾਪਰਿਆ ਤਾਂ ਨਹੀਂ, ਪਰ ਫਿਰ ਵੀ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨੇ ਕਿਤੇ ਨਾ ਕਿਤੇ ਅੰਦੋਲਨ ਨੂੰ ਸੱਟ ਮਾਰੀ। ਉਸ ਤੋਂ ਬਾਅਦ ਹੁਣ ਇੱਕ ਹੋਰ ਚਰਚਾ ਦੇ ਵਿੱਚ ਖਬਰ ਆ ਗਈ ਕਿ ਫਿਰ ਕਿਸਾਨਾਂ ਦਾ ਜਿਹੜਾ ਅੰਦੋਲਨ ਹਟਾਉਣ ਦੇ ਲਈ ਹਵਾਈ ਸਰਵੇਖਣ ਹੋ ਗਏ, ਜਿਹੜੇ ਫੌਜ ਦਾ ਸਹਾਰਾ ਲਿਆ ਜਾਏਗਾ। ਇਹ ਸਾਰਾ ਕੁਝ ਚਰਚਾ ਦੇ ਵਿੱਚ ਹੈ। ਕੀ ਇਹਦੇ ਨਾਲ ਅੰਦੋਲਨ ਦੇ ਵਿੱਚ ਬੈਠੇ ਕਿਸਾਨਾਂ ਦਾ ਜਿਹੜਾ ਜਜ਼ਬਾ ਹੈ ਉਹਨੂੰ ਪਰਖਿਆ ਜਾ ਰਿਹਾ, ਜਾਂ ਵਾਕਈ ਸਰਕਾਰ ਦੀ ਕੋਈ ਪਲੈਨਿੰਗ ਹੈ, ਜਾਂ ਫਿਰ ਇਹਨਾਂ ਖਬਰਾਂ ਦਾ ਆਧਾਰ ਕੀ ਹੈ? ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮਿੰਟੂ ਜੀ, ਤੁਹਾਡਾ ਸਵਾਗਤ ਹੈ ਪੰਜਾਬਿਸਤਾਨ ਟੀਵੀ ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮਿੰਟੂ ਜੀ, ਕਿਸ ਤਰ੍ਹਾਂ ਦੇਖਦੇ ਹੋ ਜਦੋਂ ਆਪਾਂ ਪਿਛਲੀਆਂ, ਜਿਵੇਂ ਮੈਂ ਕਿਹਾ ਕਿ ਗੁਰਚਰਨ ਸਿੰਘ ਬੱਬਰ ਹੋਣਾ ਦੀ ਖਬਰ ਚਰਚਾ ਵਿੱਚ ਆਈ, ਉਸ ਵੇਲੇ ਜਾਂ ਤਾਂ ਕਈ ਲੋਕ ਇਹ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਗੁਰਚਰਨ ਸਿੰਘ ਬੱਬਰ ਨੇ ਜਾਂ ਤਾਂ ਜਾਣਬੁੱਝ ਕੇ ਇਸ ਖਬਰ ਨੂੰ ਲੋਕਾਂ ਦੇ ਵਿੱਚ ਲਿਆਂਦਾ, ਜਾਂ ਫਿਰ ਇੱਕ ਸਰਕਾਰ ਨੂੰ ਸਤਰਕ ਕਰਨ ਦੇ ਲਈ ਕਿ ਜੇ ਤੁਸੀਂ ਐਕਸ਼ਨ ਕਰੋਗੇ ਤਾਂ ਦੇਖੋ ਲੋਕ ਕਿੱਦਾਂ ਦਾ ਰਿਐਕਸ਼ਨ ਕਰਨਗੇ। ਹਾਂਜੀ, ਦੇਖੋ, ਜੋ ਬੱਬਰ ਸਾਹਿਬ ਨੇ ਗੱਲ ਕਹੀ ਹੈ ਉਹ ਉਹਨਾਂ ਦਾ ਆਪਣਾ ਕੋਈ ਸੋਰਸ ਹੋ ਸਕਦਾ ਹੈ ਜਾਂ ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਆ। ਵੈਸੇ ਉਹ ਸਮੇਂ-ਸਮੇਂ ਤੇ ਚਰਚਿਤ ਰਹਿੰਦੇ ਨੇ, ਖਾਸੇ ਚਰਚਿਤ ਰਹਿੰਦੇ ਨੇ। ਪਰੰਤੂ ਜੇ ਅਸੀਂ ਦੇਖੀਏ ਕਿ ਇਹ ਅੰਦੋਲਨ ਹੈ, ਜਿਹੜਾ ਚਲੰਤ ਅੰਦੋਲਨ ਹੈ, ਜੋ ਇਹਦੀ ਵਿਆਪਕਤਾ ਹੈ, ਜੋ ਇਹਦਾ ਦਾਇਰਾ ਹੈ, ਉਹ ਹੁਣ ਅਸੀਮ ਕਹਿ ਸਕਦੇ ਹੋ ਤੁਸੀਂ। ਉਹ ਸੀਮਤ ਨਹੀਂ ਹੈ, ਨਾ ਪੰਜਾਬ ਤੱਕ ਆ, ਨਾ ਹਰਿਆਣੇ ਤੱਕ ਆ, ਨਾ ਯੂਪੀ ਤੱਕ ਆ, ਬਲਕਿ ਪੂਰੇ ਸੰਸਾਰ ਦੇ ਵਿੱਚ ਹੈ। UN ਤੱਕ ਨੇ ਉਹਦੇ ਤੇ ਕਮੈਂਟ ਕੀਤੇ ਨੇ। ਵੱਡੀਆਂ ਵੱਡੀਆਂ ਸੈਲੀਬ੍ਰਿਟੀਜ਼ ਜਿਹੜੀਆਂ ਨੇ ਉਸ ਦ੍ਰਿਸ਼ਟੀਕੋਣ ਨਾਲ ਦੇਖਦੀਆਂ, ਜਿਹਨੂੰ ਆਪਾਂ ਪੋਜ਼ਿਟਿਵ ਵੇ ਨਾਲ ਲੈਂਦੇ ਹਾਂ ਕਿ ਅੰਦੋਲਨ ਨੂੰ ਬਹੁਤ ਪੋਜ਼ਿਟਿਵਲੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਲਿਆ ਜਾ ਰਿਹਾ। ਸੋ ਉਸ ਥਾਂ ਤੇ ਜਦੋਂ ਅਸੀਂ ਖੜ ਕੇ ਦੇਖਦੇ ਹਾਂ ਕਿ ਕੌਮਾਂਤਰੀ ਕੂਟਨੀਤੀ ਦੇ ਵਿੱਚ, ਜੀਓ ਪੋਲਿਟਿਕਸ ਦੇ ਵਿੱਚ ਬਹੁਤ ਵੱਡੇ ਬਦਲਾਅ ਆ ਗਏ ਆ ਇਸ ਅੰਦੋਲਨ ਦੇ ਦਰਮਿਆਨ ਹੀ। ਤੁਹਾਨੂੰ ਪਤਾ ਹੀ ਹੈ ਕਿ ਡੋਨਾਲਡ ਟਰੰਪ ਚਲੇ ਗਿਆ। ਡੋਨਾਲਡ ਟਰੰਪ ਕੀ ਸੀਗਾ? ਇਜ਼ਰਾਈਲ, ਇੰਡੀਆ, ਫਿਲੀਪਾਈਨ, ਫਿਰ ਇਸ ਤੋਂ ਇਲਾਵਾ ਕੁਆਡ ਗਰੁੱਪ ਦੇ ਵਿੱਚ ਆਸਟ੍ਰੇਲੀਆ, ਜਾਪਾਨ, ਇੱਕ ਪੂਰੀ ਮਿੱਤਰ ਮੰਡਲੀ ਜਿਹੜੀ ਸੀਗੀ ਉਹ ਸੀਗੀ, ਮਤਲਬ ਕਿ ਬਣੀ ਠਣੀ ਸੀਗੀ। ਪਰ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਡੋਨਾਲਡ ਟਰੰਪ ਚਲੇ ਗਿਆ, ਖੁਦ ਨੇਤਨਯਾਹੂ ਜਿਹੜਾ ਫਸ ਗਿਆ ਕਸੂਤਾ। ਪਿਛਲੇ 2 ਸਾਲਾਂ 'ਚ 4 ਵਾਰ ਉੱਥੇ ਇਲੈਕਸ਼ਨ ਹੋ ਗਿਆ, ਉਹ ਸੱਤਾ ਤੱਕ ਨਹੀਂ ਪਹੁੰਚ ਪਾ ਰਿਹਾ, ਹਾਲ ਦੀ ਘੜੀ ਵੀ। ਸੋ ਉਹ ਚੀਜ਼ਾਂ ਦਾ ਜੇ ਤੁਸੀਂ ਦੇਖੋਗੇ ਨਾ ਅੰਕਲਨ ਕਰਕੇ ਕਿ ਇਸ ਟਾਈਮ ਨਵਾਂ ਕੋਲਡ ਵਾਰ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ, ਸੈਕੰਡ ਕੋਲਡ ਵਾਰ ਸਟਾਰਟ ਹੋ ਚੁੱਕਾ। ਉਹ ਆਪਾਂ ਨੂੰ ਵੇਖਣਾ ਪਵੇਗਾ ਕਿਉਂਕਿ ਚਾਈਨਾ ਤੇ US, ਅੱਗੇ ਰਸ਼ੀਆ ਸੀ, ਹੁਣ ਨਹੀਂ। ਅਮਰੀਕਾ ਦੀਆਂ ਨੀਤੀਆਂ ਦਾ ਹੀ ਇਹ ਸਿੱਟਾ ਹੈ ਕਿ ਰਸ਼ੀਆ ਜਿਹੜਾ ਉਹ ਚਾਈਨਾ ਦਾ ਲੰਗੋਟੀਆ ਯਾਰ ਬਣ ਗਿਆ। ਜਦ ਕਿ ਦਿਲਚਸਪ ਗੱਲ ਇਹ ਹੈ ਕਿ 1969 ਦੇ ਵਿੱਚ ਇਹਨਾਂ ਨੇ ਵਾਰ ਲੜੀ ਹੋਈ ਹੈ, ਛੋਟੀ ਜਿਹੀ ਜੰਗ ਲੜੀ ਹੋਈ ਹੈ ਦੋਨਾਂ ਮੁਲਕਾਂ ਨੇ, ਹਾਲਾਂਕਿ ਦੋਨੇ ਕਮਿਊਨਿਜ਼ਮ ਦੇ ਨਾਲ ਜੁੜੇ ਹੋਏ ਮੁਲਕ ਸੀਗੇ। ਤਾਂ ਅੱਜ ਦੀ ਤਰੀਕ ਦੇ ਵਿੱਚ ਉਹ ਲੰਗੋਟੀਆ ਯਾਰ ਬਣ ਗਏ ਆ। ਹੁਣ ਖੇਮਾ ਵੰਡਿਆ ਜਾ ਚੁੱਕਾ ਹੈ, ਇੱਕ US, ਦੂਸਰਾ ਚਾਈਨਾ। ਹੁਣ ਪਲੇਅਰ ਜਿਹੜੇ ਉਹ ਸੈੱਟ ਹੋਣੇ ਆ। ਜਿਵੇਂ ਅੱਗੇ ਆਪਾਂ ਦੇਖਿਆ ਕੋਲਡ ਵਾਰ ਦੇ ਵਿੱਚ, ਆਪਾਂ ਦੇਖਿਆ ਨਹੀਂ, ਪੜ੍ਹਿਆ ਜ਼ਰੂਰ ਹੈ ਉਹਨਾਂ ਚੀਜ਼ਾਂ ਨੂੰ। ਸੋ ਇਸ ਮੌਕੇ ਤੇ ਜਦ ਬਾਈਡਨ ਆ ਗਿਆ, ਅਫਗਾਨਿਸਤਾਨ ਚੋਂ ਫੌਜਾਂ ਹਟਾਉਣ ਦਾ ਹੁਕਮ ਲੈ ਲੈਂਦੇ ਨੇ। ਹੋਰ ਕਈ ਜਿਹੜੀਆਂ ਪਾਲਿਸੀਜ਼ ਨੇ ਜਿਹੜੀਆਂ ਉਹਨਾਂ ਦਾ ਰਿਵਿਊ ਕੀਤਾ ਜਾ ਰਿਹਾ ਕਿ ਗਾਂ ਕਿਵੇਂ ਵਧਿਆ ਜਾਵੇ। ਕੁਆਡ ਨੂੰ ਵੀ ਉਹਨਾਂ ਨੇ, ਹਾਲਾਂਕਿ ਇੱਕ ਮੀਟਿੰਗ ਜਿਹੜੀ ਹੋ ਚੁੱਕੀ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਨਰਿੰਦਰ ਮੋਦੀ ਜਦੋਂ ਇਹ ਸਮੀਕਰਨ ਹਾਲੇ ਕਹਿ ਲਓ ਕਿ ਇਹਨਾਂ ਦਾ ਸਵੈਟਰ ਬੁਣਨਾ ਸ਼ੁਰੂ ਕੀਤਾ ਗਿਆ ਹੈ ਕੌਮਾਂਤਰੀ ਪੱਧਰ ਤੇ, ਉਸ ਮੌਕੇ ਤੇ ਕੋਈ ਕੌਮਾਂਤਰੀ ਬਦਨਾਮੀ ਖੱਟਣ ਦੀ ਪੋਜੀਸ਼ਨ ਦੇ ਵਿੱਚ ਹੈ ਨਹੀਂ ਗੇ ਇਸ ਚੀਜ਼ ਨੂੰ। ਕਿਉਂਕਿ ਇਹ ਜੇ ਮੁੱਦਾ ਸਾਡਾ ਲੋਕਲ ਪੰਜਾਬ ਦਾ ਹੁੰਦਾ, ਲੋਕਲ ਹਰਿਆਣੇ ਦਾ ਹੁੰਦਾ, ਫਿਰ ਅਸੀਂ ਸੋਚ ਸਕਦੇ ਸੀਗੇ। ਬਹਰਹਾਲ ਮੁੱਦਾ ਜਿਹੜਾ ਬਹੁਤ ਵੱਡਾ ਮੁੱਦਾ ਹੈ ਔਰ ਸਿੱਧਾ ਜੁੜਿਆ ਵੀ ਸਾਮਰਾਜੀ ਸ਼ਕਤੀਆਂ ਦੇ ਨਾਲ ਆ, ਕੌਮਾਂਤਰੀ ਪੱਧਰ ਦਾ ਮੁੱਦਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਆ ਕਿ
ਜਿਹੜੀਆਂ ਚੀਜ਼ਾਂ ਨੇ ਠੀਕ ਹੈ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਨੇ, ਪਰ ਹਾਲ ਦੀ ਘੜੀ ਇਹ ਨਹੀਂ ਹੈ ਕਿ ਨਰਿੰਦਰ ਮੋਦੀ ਐਡਾ ਵੱਡਾ ਕੋਈ ਰਿਸਕ ਲੈ ਲਊਗਾ। ਔਰ ਦੂਜੀ ਗੱਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੁਪਰੀਮ ਕੋਰਟ ਦੇ ਵਿੱਚ ਆਲਰੇਡੀ ਰਿਪੋਰਟ ਜਿਹੜੀ ਆ ਕਮੇਟੀ ਦੀ ਉਹਨਾਂ ਦੀ ਉਹ ਆ ਚੁੱਕੀ ਆ, ਤਾਂ ਸੁਪਰੀਮ ਕੋਰਟ ਪਹਿਲਾਂ ਉਹ ਖੋਲੇਗੀ ਔਰ ਇਹਨਾਂ ਦੀ ਸਭ ਤੋਂ ਵੱਡੀ ਟੇਕ ਸੁਪਰੀਮ ਕੋਰਟ ਤੇ ਹੀ ਰਹੇਗੀ ਕਿ ਸੁਪਰੀਮ ਕੋਰਟ ਚੋਂ ਕੋਈ ਵੀ ਫੈਸਲਾ ਆ ਜਾਂਦਾ ਹੈ। ਮਸਲਨ ਹੁਣ ਦੇਖੋ ਕਾਨੂੰਨ ਤਾਂ ਉਹਨਾਂ ਨੇ ਰੱਦ ਕਰਨੇ ਨਹੀਂ ਹੈ, ਉਹਨਾਂ ਨੇ ਕੋਈ ਵੀ ਫੈਸਲਾ ਦੇ ਦਿੱਤਾ, ਕਿਸਾਨਾਂ ਨੇ ਉਹ ਮੰਨਣਾ ਨਹੀਂ ਹੈ, ਤਾਂ ਉਹਨਾਂ ਨੂੰ ਪਤਾ ਕਿ ਅਸੀਂ ਉਸ ਮੌਕੇ ਤੇ ਇੱਕ ਮੋੜਾ ਘਟਾ ਸਕਦੇ ਹਾਂ ਮੁੱਦੇ ਨੂੰ ਕਿ ਦੇਖੋ ਜੀ ਇਹ ਤਾਂ ਸੁਪਰੀਮ ਕੋਰਟ ਦਾ ਕਿਆ ਵੀ ਨਹੀਂ ਮੰਨਦੇ, ਸਾਡਾ ਵੀ ਨਹੀਂ ਮੰਨਦੇ, ਸੰਸਦ ਦਾ ਵੀ ਨਹੀਂ ਮੰਨਦੇ ਵਗੈਰਾ ਵਗੈਰਾ। ਉਦੋਂ ਇੱਕ ਮੋੜਾ ਦੇ ਸਕਦੇ ਜਾਂ ਕਰੋਨਾ ਦਾ ਇੱਕ ਬਹਾਨਾ ਬਣਾਇਆ ਜਾ ਸਕਦਾ ਆ। ਕਰੋਨਾ ਦਾ ਇੱਕ ਬਹਾਨਾ ਜਿੱਦਾਂ ਤਬਲੀਗੀਆਂ ਨੂੰ ਖਲਨਾਇਕ ਬਣਾਇਆ ਗਿਆ ਸੀ ਇੱਕ ਮੌਕੇ ਤੇ ਕਿ ਇਹੀ ਸੁਪਰ ਸਪਰੈਡਰ ਹੈ ਇੰਡੀਆ ਦੇ ਵਿੱਚ, ਇਹਨਾਂ ਨੇ ਬੇੜਾ ਗਰਕ ਕਰ ਦਿੱਤਾ, ਰਿਲੀਜੀਅਸ ਪ੍ਰੋਫਾਈਲਿੰਗ ਕੀਤੀ ਗਈ, ਉਸ ਤਰ੍ਹਾਂ ਦਾ ਕੁਝ ਹੋ ਸਕਦਾ। ਪਰ ਡਾਇਰੈਕਟਲੀ ਜੇ ਕਹੋ ਕਿ ਆਰਮੀ ਵਰਤ ਦਿੱਤੀ ਜਾਊਗੀ ਜਾਂ ਜਿੱਦਾਂ ਇੱਕ ਬਹੁਤ ਵੱਡਾ ਸ਼ਕਤੀ ਜਿਹੜਾ ਬਲ ਪ੍ਰਯੋਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸ਼ਕਤੀ ਦਾ ਪ੍ਰਯੋਗ ਹੋਊਗਾ, ਐਸੀ ਸੰਭਾਵਨਾ ਬਹੁਤ ਘੱਟ ਆ। ਔਰ ਜੇ ਐਸਾ ਕਰਦੇ ਆ ਤਾਂ ਨਰਿੰਦਰ ਮੋਦੀ ਦਾ ਪਤਨ ਸ਼ੁਰੂ ਹੋ ਜਾਏਗਾ। ਤੁਹਾਨੂੰ ਯਾਦ ਹੋਣਾ ਹੈ ਕਿ ਇਹੀ ਕਰਤੂਤ ਜਿਹੜੀ ਆ ਉਹ ਸ਼ਿਵਰਾਜ ਸਿੰਘ ਜਿਹੜਾ ਉਹਦਾ ਸਥਿਰ ਰਾਜ ਸੀਗਾ ਤੇ ਉਹਨੇ ਉਹੀ ਕਰਤੂਤ ਕੀਤੀ ਸੀ, ਤੁਹਾਨੂੰ ਯਾਦ ਹੋਣਾ ਮੰਦਸੌਰ ਦੇ ਵਿੱਚ ਮੰਦਸੌਰ ਕਾਂਡ। ਉਸ ਤੋਂ ਬਾਅਦ ਉਹਨਾਂ ਦਾ ਇੱਕ ਵਾਰੀ ਸਫਾਇਆ ਹੋ ਗਿਆ ਸੀ, ਮਸਾ ਸਰਕਾਰ ਬਣਾਈ ਹੁਣ ਉਹਨਾਂ ਨੇ, ਮਸਾ ਡਿੱਗ ਢਹਿ ਕੇ ਉਹ ਵੀ ਜੋਤੀ ਰਾਜਿਤਿਆ ਸਿੰਧੀਆ ਦੀ ਦਿਆਨਤਦਾਰੀ ਕਰਕੇ। ਸੋ ਇਹ ਕਿਸਾਨ ਜਦੋਂ ਉੱਠਦੇ ਆ, ਫਿਰ ਜਦੋਂ ਇਹਨਾਂ ਨੂੰ ਕੁਚਲਿਆ ਜਾਂਦਾ ਹੈ ਤਾਂ ਉਹ ਦੂਸਰਾ ਬਲੰਡਰ ਹੁੰਦਾ ਹੈ। ਪਹਿਲਾਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਉੱਠਿਆ ਤਾਂ ਮੌਕਾ ਦਿੱਤਾ ਤੁਹਾਡੀਆਂ ਪਾਲਿਸੀਆਂ ਨੇ, ਜੇ ਤੁਸੀਂ ਜ਼ਬਰਦਸਤੀ ਇਸ ਕੌਮ ਨੂੰ ਕੁਚਲੋਗੇ ਤਦ ਇਹ ਤੁਹਾਡੀ ਰਾਜਨੀਤਿਕ ਕਬਰ ਵੀ ਸਾਬਤ ਹੋ ਸਕਦਾ। ਇਸ ਗੱਲ ਨੂੰ ਇਹ ਭੁੱਲਣਗੇ ਨਹੀਂ। ਔਰ ਖੁਦ ਰਾਜਨਾਥ ਵਰਗੇ ਜਾਂ RSS ਦੇ ਵਿੱਚ ਬਹੁਤ ਸਾਰੇ ਲੀਡਰ ਆ ਜਿਹੜੇ ਕਿਸਾਨੀ ਪਿਛੋਕੜ ਵਾਲੇ ਆ, ਉਹ ਇਹਨਾਂ ਚੀਜ਼ਾਂ ਨੂੰ ਭਲੀ ਭਾਂਤੀ ਸਮਝਦੇ ਆ। ਦੂਸਰਾ ਕਿ ਹਵਾਈ ਸਰਵੇਖਣ ਹੋ ਗਿਆ, ਮੈਨੂੰ ਇਹ ਖਬਰ ਹੀ ਬਹੁਤ ਪਲਾਂਟਡ ਲੱਗੀ ਔਰ ਮੈਂ ਇਸ ਚੀਜ਼ ਦਾ ਚੰਗੀ ਤਰ੍ਹਾਂ ਰਿਵਿਊ ਵੀ ਕੀਤਾ ਔਰ ਮੈਂ ਤੱਥ ਵੀ ਰੱਖੇ ਆ ਕਿ ਜਾਗਰਣ ਦੇ ਵਿੱਚ ਇਹ ਖਬਰ ਲੱਗਦੀ ਹੈ। ਪੱਤਰਕਾਰ ਕੋਈ ਸੋਰਸ ਰਿਵੀਲ ਨਹੀਂ ਕਰ ਰਿਹਾ, ਕਿਸੇ ਦਾ ਕੋਈ ਵਰਸ਼ਨ ਨਹੀਂ, ਜਦ ਕਿ ਹਰਿਆਣੇ ਦੀ ਜਿਹੜੀ ਹੋਮ ਮਿਨਿਸਟਰੀ ਹੈ ਵਿਜ ਸਾਹਿਬ ਜਿਹੜੇ ਆ ਉਹ ਇਸ ਚੀਜ਼ ਨੂੰ ਮੂਲੋਂ ਹੀ ਰੱਦ ਕਰ ਰਹੇ ਆ ਕਿ ਅਸੀਂ ਐਸੀ ਕੋਈ ਕਾਰਵਾਈ ਕਰਨੀ ਹੋਈ ਨਹੀਂ, ਅਸੀਂ ਕੋਈ ਚਰਚਾ ਹੀ ਨਹੀਂ ਕੀਤੀ, ਤਾਂ ਕਾਰਵਾਈ ਦਾ ਸਵਾਲ ਹੀ ਨਹੀਂ। ਤਾਂ ਤੁਹਾਡੇ ਕੋਲ ਹੋਮ ਮਿਨਿਸਟਰੀ ਦਾ ਵਰਸ਼ਨ ਨਹੀਂ ਹੈ, ਸੈਂਟਰਲ ਹੋਮ ਮਿਨਿਸਟਰੀ ਦਾ ਵਰਸ਼ਨ ਨਹੀਂ ਹੈ, ਆਰਮੀ ਦਾ ਤੁਸੀਂ ਉਹਨਾਂ ਦਾ ਨਾਂ ਵੀ ਆਪਰੇਸ਼ਨ ਦਾ ਕੋਟ ਕਰ ਰਹੇ ਹੋ, ਉਹ ਕਿੱਥੋਂ ਆਇਆ? ਕਿਉਂਕਿ ਉਹ ਤਾਂ ਬਹੁਤ ਸੀਕ੍ਰੇਟ ਡਾਕੂਮੈਂਟ ਹੁੰਦੇ ਆ, ਆਪਰੇਸ਼ਨ ਵਿਜੇ ਜਾਂ ਇਸ ਤਰ੍ਹਾਂ ਦੇ ਜਿਹੜੇ ਨਾਂ ਰੱਖੇ ਜਾਂਦੇ ਆ, ਉਹ ਤੇ ਇੱਕ ਪਲੈਨਿੰਗ ਦੇ ਵਿੱਚੋਂ ਸਿੱਟਾ ਕੱਢ ਕੇ ਕਿ ਹਾਂ ਭਾਈ ਇੱਥੇ ਕਰਨਾ ਹੈ, ਤਾਂ ਉਸ ਟਾਈਮ ਇੱਕ ਸੀਕ੍ਰੇਟ ਕੋਡ ਦਿੱਤਾ ਜਾਂਦਾ ਕਿ ਇਸ ਆਪਰੇਸ਼ਨ ਦੇ ਵਿੱਚ ਆ ਬੰਦੇ ਜਿਹੜੇ ਜਾਣਗੇ। ਉਹ ਸਭ ਕਿਵੇਂ ਆਇਆ? ਇਹ ਹੈਰਾਨਗੀ ਵਾਲੀ ਗੱਲ ਹੈ। ਔਰ ਜਾਗਰਣ ਦੀ ਰਿਪੋਰਟਿੰਗ ਜਿਹੜੀ ਆ ਉਹ ਤੁਸੀਂ ਨਿਊਜ਼ ਲਾਉਂਡਰੀ ਤੇ ਦੇਖ ਸਕਦੇ ਹੋ। 100 ਦਿਨ ਜਿੱਦਣ ਪੂਰੇ ਹੋਏ ਸੀ ਤਾਂ ਉਹਨਾਂ ਨੇ ਪੂਰੀਆਂ 100 ਸਟੋਰੀਆਂ ਇਹਨਾਂ ਦੀਆਂ ਮੈਂਸ਼ਨ ਕੀਤੀਆਂ ਕਿ ਕਿਸ ਤਰ੍ਹਾਂ ਇਹਨਾਂ ਨੇ ਉਲਟ ਭੁਗਤਾਈਆਂ ਨੇ। ਸੋ ਟੋਟਲੀ ਮੈਨੂੰ ਉਹ ਲੱਗਿਆ ਕਿ ਬੇਸਲੈਸ ਖਬਰ ਆ, ਬਿਲਕੁਲ ਪਲਾਂਟਡ ਖਬਰ ਲੱਗਦੀ ਆ। ਸੋ ਜੇ ਹਵਾਈ ਸਰਵੇਖਣ ਕਰਨਾ ਹੋਵੇ, ਜਦੋਂ ਛੋਟੀ ਜਿਹੀ ਗੱਲ ਜੀ, ਜਦੋਂ ਅਸੀਂ ਖਬਰ ਨੂੰ ਦੇਖਦੇ ਹਾਂ, ਮੈਂ ਤੁਹਾਡੀ ਉਹ ਸਾਰੀ ਵੀਡੀਓ ਸੁਣੀ ਸੀ, ਲੋਕਾਂ ਨੇ ਵੀ ਕਾਫੀ ਸੁਣੀ ਹੋਣੀ, ਜਿਹਦੇ ਵਿੱਚ ਤੁਸੀਂ ਉਹਦਾ ਸਾਰਾ ਜਿਹੜਾ ਨਿਚੋੜ ਕੱਢਿਆ ਕਿ ਆਖਿਰਕਾਰ ਕਿੱਦਾਂ ਖਬਰਾਂ ਪਲਾਂਟਡ ਹੁੰਦੀਆਂ। ਪਰ ਕਈ ਵਾਰੀ ਏਦਾਂ ਮਹਿਸੂਸ ਹੁੰਦਾ ਹੈ ਕਿ ਕੀ ਸਰਕਾਰ ਜਾਣਬੁੱਝ ਕੇ ਪਰ ਤੋਲ ਰਹੀ ਹੈ, ਦੇਖ ਰਹੀ ਹੈ, ਨਬਜ਼ ਦੇਖ ਰਹੀ ਹੈ ਕਿ ਕਿਸਾਨ ਕਿੱਦਾਂ ਦਾ ਰਿਐਕਸ਼ਨ ਕਰਦੇ ਨੇ ਇਸ ਮਸਲੇ ਉੱਤੇ? ਨਹੀਂ, ਉਹ ਸਮੇਂ ਦਰ ਸਮੇਂ ਹੋ ਸਕਦਾ ਕਿ ਉਹ ਚੀਜ਼ਾਂ ਟੀਕਾ ਲਾ ਕੇ ਜਿੱਦਾਂ ਚੈੱਕ ਕੀਤਾ ਜਾਂਦਾ ਬੰਦੇ ਨੂੰ। ਪਰ ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਨਾ, ਕਹਿੰਦੇ ਕਿ ਹਵਾਈ ਸਰਵੇਖਣ, ਸਰਕਾਰ ਨੂੰ ਹਵਾਈ ਸਰਵੇਖਣ ਕਰਾਉਣ ਦੀ ਕੀ ਜ਼ਰੂਰਤ ਆ? ਤੁਸੀਂ ਬਹੁਤ ਈਜ਼ੀਲੀ ਅੱਜ ਕੱਲ ਬਹੁਤ ਈਜ਼ੀਲੀ ਡਾਟਾ ਚੱਕ ਸਕਦੇ ਹੋ ਕਿੱਥੋਂ ਤੁਹਾਡੇ ਕੋਲ ਜਿਹੜੇ ਮੋਬਾਈਲ ਟਾਵਰ ਆ, ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿੰਨੇ ਫੋਨ ਉੱਥੇ ਐਕਟਿਵ ਨੇ, ਗੱਲ ਖਤਮ ਹੈ। ਕੀ ਲੋੜ ਹੈ ਹਵਾਈ ਸਰਵੇਖਣ ਕਰਨ ਦਾ? ਤੁਹਾਡੀ ਇੰਟੈਲੀਜੈਂਸੀ ਤਾਂ ਵਿੱਚ ਤੁਰੀ ਫਿਰਦੀ ਹੈ, ਸਭ ਉਹਨਾਂ ਨੂੰ ਪਤਾ ਕਿ ਇੱਕ ਟਰਾਲੀ 'ਚ ਕਿੰਨੇ ਬੰਦੇ ਆ, ਡੇਲੀ ਕਿੰਨੇ ਆਉਂਦੇ ਆ, ਕਿੰਨੇ ਜਾਂਦੇ ਆ। ਸੋ ਮੈਨੂੰ ਇਹ ਚੀਜ਼ ਜਿਹੜੀ ਆ ਉਹ ਇਸੇ ਤਰੀਕੇ ਨਾਲ ਹੀ ਲੱਗਦੀ ਆ ਕਿ ਜਾਂ ਤਾਂ ਜਿੱਦਾਂ ਇਹ ਅਖਬਾਰ ਸ਼ੁਰੂ ਤੋਂ ਹੀ ਇੱਕ ਏਜੰਡਾ ਤੈਅ ਕਰਕੇ ਤੁਰ ਰਿਹਾ ਹੈਗਾ ਕਿ ਉਸ ਏਜੰਡੇ ਦਾ ਹੀ ਹਿੱਸਾ ਆ। ਕਿਉਂਕਿ ਜੇ ਤੁਸੀਂ ਦੇਖੋਗੇ ਫਰੰਟ ਪੇਜ ਦੀ ਸਟੋਰੀ ਹੋਵੇ ਤੁਹਾਡੇ ਨੈਸ਼ਨਲ ਪੇਜ ਤੇ ਲੱਗੀ ਆ, ਉਹਦੇ 'ਚ ਵਰਸ਼ਨ ਨਾ ਹੋਵੇ, ਇੱਕ ਹਾਸੋਹੀਣੀ ਗੱਲ ਆ। ਕੋਈ ਵੀ ਪੱਤਰਕਾਰ, ਸਧਾਰਨ ਬੁੱਧੀ ਦਾ ਪੱਤਰਕਾਰ ਆ, ਜੇ ਉਹ ਡੈਸਕ ਤੇ ਖਬਰ ਭੇਜੂਗਾ ਉਹਨੂੰ ਪਤਾ ਹੈ ਕਿ ਡੈਸਕ ਵਾਲੇ ਨੇ ਸਭ ਤੋਂ ਪਹਿਲਾਂ ਵਰਸ਼ਨ ਦੇਖਣਾ। ਲੜਾਈ ਦਾ ਵੀ ਤੁਸੀਂ ਭੇਜ ਲਓ, 2 ਕਾਲਮ ਦਾ ਭੇਜ ਲਓ, ਕੋਈ ਵੀ ਨਿਊਜ਼ ਤੁਸੀਂ ਭੇਜ ਲਓ, ਤੁਹਾਡਾ ਐਡੀਟਰ, ਤੁਹਾਡਾ ਸਬ ਐਡੀਟਰ ਤੁਹਾਨੂੰ ਕਹੂਗਾ ਹਾਂ ਯਾਰ ਤੈਨੂੰ ਇਹ ਵੀ ਨਹੀਂ ਪਤਾ ਕਿ 2 ਪਾਰਟੀਆਂ ਦਾ ਵਰਸ਼ਨ ਚਾਹੀਦਾ ਉਰੇ। ਸੋ ਇੱਥੇ ਕਿਸੇ ਦਾ ਵਰਸ਼ਨ ਨਹੀਂ ਹੈ, ਲੈਣਾ ਨਹੀਂ ਦੇਣਾ ਨਹੀਂ। ਸੋ ਇਹ ਚਲੋ ਰਿਪੋਰਟਿੰਗ ਨੂੰ ਵੀ ਆਪਾਂ ਛੱਡ ਦਈਏ,
ਤਾਂ ਇਹਦੇ ਚ ਕੀ ਹੈ ਕਿ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਇਹੋ ਜਿਹੀ ਪੈਂਤੜੇਬਾਜ਼ੀ ਤਾਂ ਅਖਤਿਆਰ ਕਰਦੀਆਂ, ਪਰ ਗਾਂ ਇਲੈਕਸ਼ਨ ਹੈ, ਇਲੈਕਸ਼ਨ ਦਾ ਨਤੀਜਾ 2 ਮਈ ਨੂੰ ਫਿਰ ਜਿਵੇਂ ਮੈਂ ਕਿਹਾ ਸੁਪਰੀਮ ਕੋਰਟ ਦਾ ਫੈਸਲਾ ਕਿਸੇ ਵੇਲੇ ਵੀ ਆ ਸਕਦਾ। ਸੋ ਇਹਨਾਂ ਚੀਜ਼ਾਂ ਨੂੰ ਪਹਿਲਾਂ ਉਡੀਕਿਆ ਜਾਏਗਾ, ਔਰ ਮੈਨੂੰ ਨਹੀਂ ਲੱਗਦਾ ਕਿ ਨਰਿੰਦਰ ਮੋਦੀ ਇਸ ਪੋਜੀਸ਼ਨ ਦੇ ਵਿੱਚ ਖਲੋਤੇ ਆ ਕਿ ਕੋਈ ਵੱਡਾ ਐਕਸ਼ਨ ਕਰ ਸਕਦੇ। ਹਾਂ, ਵੱਡੇ ਐਕਸ਼ਨ ਵਾਸਤੇ ਵੱਡਾ ਗਰਾਊਂਡ ਚਾਹੀਦਾ। ਹੁਣ ਤਾਂ ਵਿਚਾਰੇ ਚੁੱਪ ਕਰਕੇ ਇੱਥੇ ਬੈਠੇ ਨੇ, ਕੀ ਕਰਦੇ, ਮੱਛਰ ਹੀ ਲੜਾ ਰਹੇ ਨੇ ਆਪਣੇ। ਕਦੇ ਉਹਨਾਂ ਦੇ ਟੈਂਟ ਸਾੜ ਦਿੰਦੇ ਹੋ, ਕਦੇ ਉਹ ਉਜਾੜ ਦਿੰਦੇ ਆ, ਤੂਫਾਨ ਆ ਜਾਂਦਾ, ਹਨੇਰੀ ਆ ਜਾਂਦੇ, ਤਾਂ ਉਹ ਕੀ ਵਿਗਾੜ ਰਹੇ ਨੇ? ਉਹਦੇ ਵਾਸਤੇ ਫਿਰ ਜਾਂ ਤਾਂ ਵੱਡਾ ਗਰਾਊਂਡ ਤੁਹਾਨੂੰ ਜਿਹੜਾ ਬਣਾਉਣਾ ਪਏਗਾ, ਔਰ ਸ਼ਾਇਦ ਹੋ ਸਕਦਾ ਉਸ ਗਰਾਊਂਡ ਦੀ ਤਿਆਰੀ ਵਜੋਂ ਇੱਕ ਵੇਖਿਆ ਜਾਵੇ ਕਿ ਹਾਂ ਭਾਈ ਇਸ ਤਰ੍ਹਾਂ ਦੀ ਇੱਕ ਰਿਪੋਰਟਿੰਗ ਜਿਹੜੀ ਆ ਉਹ ਪਬਲਿਸ਼ ਕੀਤੀ ਜਾਵੇ, ਲੋਕਾਂ 'ਚ ਡਰਾਵਾ ਜਾਵੇ, ਲੋਕ ਡਰਦੇ ਜਿਹੜੇ ਆ ਉਹ ਘੱਟ ਆਉਣ, ਘਟਾ ਦਿੱਤਾ ਜਾਵੇ, ਫਿਰ ਜਿੰਨੇ ਕੋ ਰਹਿ ਗਏ ਆ ਕਰੋਨਾ ਦੇ ਨਾਮ ਤੇ ਉਹਨਾਂ ਨੂੰ ਚੱਕ ਕੇ ਪਾਸੇ ਕਰ ਦਿੱਤਾ ਜਾਵੇ। ਐਸਾ ਹੋ ਸਕਦਾ ਹੈ, ਸੰਭਵ ਹੈ। ਪਰ ਮਿੰਟੂ ਜੀ ਇਹ ਵੀ ਤਾਂ ਹੈ ਨਾ ਕਿ ਜਦੋਂ ਅਜਿਹੀ ਖਬਰ ਕੋਈ ਫੈਲਦੀ ਹੈ, ਜਿਵੇਂ ਹੁਣ ਦੇਖਿਆ ਕਿ ਪੂਰੀ ਦੁਨੀਆ 'ਚ ਖਬਰ ਫੈਲ ਗਈ, ਹਰ ਕਿਸੇ ਨੇ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਕਿ ਸਰਕਾਰ ਕੋਈ ਅਜਿਹਾ ਐਕਸ਼ਨ ਕਰ ਸਕਦੀ ਹੈ, ਤੇ ਉਹ ਫਿਰ ਜਿਹੜੇ ਮਾਈਕ ਸੀਗੇ ਉਹ ਜਾ ਕੇ ਸਿੱਧਾ ਸਾਡੇ ਪੱਤਰਕਾਰਾਂ ਨੇ ਇਹਨਾਂ ਲੀਡਰਾਂ ਦੇ ਮੂਹਰੇ ਕਰਤੇ ਕਿ ਦੱਸੋ ਬਾਈ ਤੁਸੀਂ ਇਹ ਐਕਸ਼ਨ ਕਰ ਰਹੇ ਹੋ। ਫਿਰ ਉਹਨਾਂ ਨੂੰ ਜੇ ਕਰਨਾ ਵੀ ਹੈ ਤਾਂ ਵੀ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਕਿ ਨਹੀਂ ਅਸੀਂ ਇਹ ਕੁਝ ਨਹੀਂ ਸੋਚ ਰਹੇ, ਤੇ ਉਹਦੇ ਨਾਲ ਇੱਕ ਨਾ ਇੱਕ ਤਰੀਕੇ ਦੇ ਨਾਲ ਇਹੋ ਜਿਹੀ ਖਬਰ ਜਦੋਂ ਫੈਲਦੀ ਹੈ, ਉਬਾਲ ਨਹੀਂ ਇੱਕ ਫੈਲਦਾ, ਕਿਸਾਨਾਂ ਦੇ ਵਿੱਚ ਉਬਾਲ ਆਉਂਦਾ ਹੈ ਕਿ ਅਸੀਂ ਜਿਹੜਾ ਬਿਲਕੁਲ ਇਹਦਾ ਜਵਾਬ ਦੇਵਾਂਗੇ ਜੇ ਸਰਕਾਰ ਆਊਗੀ। ਜਿਹੜੇ ਹੁਣ ਸੋਚ ਰਹੀ ਹੈ ਸਰਕਾਰ ਕਿ ਉਹ ਵਾਢੀ 'ਚ ਬਿਜ਼ੀ ਨੇ, ਤਾਂ ਉਹ ਕਿਤੇ ਨਾ ਕਿਤੇ ਹੋਰ ਜ਼ਿਆਦਾ ਉੱਥੇ ਇਕੱਠ ਕਰਨਗੇ ਕਿ ਅਸੀਂ ਇੱਥੇ ਬੈਠੇ ਆ, ਕਰ ਲਓ, ਜਿਵੇਂ ਰਿਐਕਸ਼ਨ ਆਇਆ। ਹਾਂਜੀ ਹਾਂਜੀ, ਨਹੀਂ ਇਹ ਚੀਜ਼ਾਂ ਕਈ ਵਾਰ ਜਿਵੇਂ ਆਪਾਂ ਪੰਜਾਬੀ 'ਚ ਕਹਾਵਤ ਬੋਲਦੇ ਹੁੰਦੇ ਨੇ ਕਿ ਕੁੱਬੇ ਦੇ ਲੱਤ ਵੱਜੀ ਰਾਸ ਆ ਜਾਂਦੀ ਹੈ, ਕਈ ਵਾਰ ਉਲਟ ਚੀਜ਼ਾਂ ਵੀ ਭੁਗਤ ਜਾਂਦੀਆਂ। ਜਦੋਂ ਇਹਨਾਂ ਨੇ 26 ਤੋਂ ਬਾਅਦ ਇੱਕ ਤਾਕਤ ਵਰਤਣ ਵਾਲੀ ਵਿਉਂਤਬੰਦੀ ਕੀਤੀ ਸੀਗੀ, ਕੁਛ ਮੈਡਮਾਂ ਤਾਂ ਮਾਈਕ ਲੈ ਕੇ ਤੁਹਾਨੂੰ ਪਤਾ ਹੀ ਹੈ ਸਟੂਡੀਓ 'ਚ ਨਿਕਲ ਕੇ ਤਿਆਰ ਹੋ ਕੇ ਚਲੀਆਂ ਵੀ ਗਈਆਂ ਸੀਗੀਆਂ ਕਿ ਲਓ ਵੀ ਹੁਣ ਛਿੱਤਰ ਪੈਂਦੇ ਲਾਈਵ ਕਰਾਂਗੇ, ਪਰ ਉੱਥੇ ਹਾਂਜੀ ਜੋ ਉੱਥੇ ਰਕੇਸ਼ ਟਕੈਤ ਦੇ ਅਥਰੂ ਸੀਗੇ ਉਹਨਾਂ ਨੇ ਸਾਰੀ ਬਾਜ਼ੀ ਪਲਟ ਦਿੱਤੀ, ਉਹ ਗੇਮ ਚੇਂਜਰ ਸਾਬਤ ਹੋ ਗਏ। ਤਾਂ ਉਲਟਾ ਹੋਇਆ ਕੀ, ਉਹਦਾ ਨਤੀਜਾ ਕੀ, ਜਿਹੜਾ ਗਾਜ਼ੀਪੁਰ ਬਿਲਕੁਲ ਖਾਲੀ ਜਿਹਾ ਸੀਗਾ ਉਹ ਗਾਜ਼ੀਪੁਰ ਜਿਹੜਾ ਬਹੁਤ ਮਜ਼ਬੂਤ ਕੇਂਦਰ ਬਣ ਗਿਆ, ਔਰ ਹਰਿਆਣੇ ਤੇ ਯੂਪੀ ਦੇ ਜਿਹੜੇ ਵੈਸਟਰਨ ਯੂਪੀ ਦੇ ਜਾਟ ਸੀਗੇ ਜਿਹੜੇ ਕਿ ਕਾਫੀ ਸਮੇਂ ਤੋਂ ਖਿੰਡੇ ਹੋਏ ਸੀ, ਉਹਨਾਂ ਨੂੰ ਇੱਕ ਕਰ ਗਿਆ। ਜਿਹੜੀ ਕਿ ਕਹਿ ਸਕਦੇ ਤੁਸੀਂ ਪੰਜਾਬੀਆਂ ਦੇ ਆਪਸ 'ਚ, ਵੈਸੇ ਪੰਜਾਬੀ ਥੋੜੇ ਜਿਹੇ ਪਾੜ ਗਏ ਸੀ ਉਸ ਮੌਕੇ ਤੇ 26 ਤੋਂ ਬਾਅਦ, ਪਰੰਤੂ ਉਹ ਇਕੱਠੇ ਹੋ ਗਏ, ਉਹ ਬਿਲਕੁਲ ਐ ਕਹਿ ਲਓ ਕਿ ਕ੍ਰਿੰਗੜੀ ਪਾ ਕੇ ਬੈਠ ਗਏ, ਔਰ ਉਹਦਾ ਇੱਕ ਨਤੀਜਾ ਜਿਹੜਾ ਇਹ ਹੋਇਆ ਕਿ ਸਾਰਾ ਕੁਝ ਹੀ ਬਦਲ ਗਿਆ। ਤਾਕਤ ਫੜ ਗਿਆ ਅੰਦੋਲਨ, ਤਾਕਤ ਫੜ ਗਿਆ। ਮੀਡੀਆ ਦਾ ਵੀ ਤੁਹਾਨੂੰ ਪਤਾ ਜਿਹੜਾ ਪ੍ਰੀ ਪਲਾਨ ਇੱਕ ਏਜੰਡਾ ਸੀਗਾ ਉਹ ਵੀ ਆਪਣੇ ਆਪ ਹੀ ਖਤਮ ਹੋ ਗਿਆ। ਸੋ ਇਹ ਚੀਜ਼ਾਂ ਕਈ ਵਾਰ ਤੁਹਾਡੇ ਹੱਕ 'ਚ ਭੁਗਤ ਜਾਂਦੀਆਂ ਜਦੋਂ ਤੁਸੀਂ ਅੰਦੋਲਨ ਕਰਦੇ ਹੋ, ਕਿਉਂਕਿ ਅੰਦੋਲਨ ਦੀ ਆਪਣੀ ਇੱਕ ਬਾਹਰੀ ਗਤੀ ਹੁੰਦੀ ਹੈ, ਇੱਕ ਅੰਦਰੂਨੀ ਗਤੀ ਹੁੰਦੀ ਹੈ, ਦੋਨੇ ਚੀਜ਼ਾਂ ਹੁੰਦੀਆਂ ਨੇ। ਤਾਂ ਉਹ ਕਈ ਵਾਰ ਉਹ ਜਿਹੜੀਆਂ ਚੀਜ਼ਾਂ ਨੇ ਉਹ ਆਪਣੇ ਆਪ ਤੁਹਾਡੇ ਹੱਕ 'ਚ ਭੁਗਤ ਜਾਂਦੀਆਂ। ਜਿਵੇਂ ਕਹਿੰਦੇ ਹੁੰਦੇ ਨਾ ਕਿ ਭੋਲੇ ਬੰਦੇ ਦਾ ਰੱਬ ਹੁੰਦਾ, ਤਾਂ ਕਿਸਾਨ ਦਾ ਕਈ ਵਾਰ ਉਹ ਰੱਬ ਵੀ ਸਾਥ ਦੇ ਦਿੰਦਾ ਹੈ। ਸੋ ਇਹ ਚੀਜ਼ ਹੈ ਕਿ ਲੋਕ ਜਿਹੜੇ ਆ ਸ਼ਾਇਦ ਹੋ ਸਕਦਾ ਕਿ ਜ਼ਿਆਦਾ, ਜਿਵੇਂ ਕਣਕ ਦਾ ਕੰਮ ਨਿਬੜੇ ਇੱਕ ਵਾਰੀ ਅਗਲਾ ਕਹਿੰਦਾ ਯਾਰ ਤੂੜੀ ਤੰਦ ਬਣਾਉਣ ਤੋਂ ਪਹਿਲਾਂ ਗੇੜਾ ਕੱਢ ਆਉਨੇ ਆ, ਸੋ ਸਟਰੈਂਥ ਜਿਹੜੀ ਹੋ ਸਕਦਾ ਵੱਧ ਵੀ ਜਾਵੇ। ਇਹਦੇ 'ਚ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਕਈ ਵਾਰ ਚੀਜ਼ਾਂ ਜਿਹੜੀਆਂ ਉਹ ਉਲਟ ਵੀ ਭੁਗਤ ਜਾਂਦੀਆਂ, ਪਰ ਬਹਰਹਾਲ ਮੈਨੂੰ ਐਸੀ ਉਮੀਦ ਘੱਟ ਆ। ਵੈਸੇ ਹੋ ਤਾਂ ਕੁਝ ਵੀ ਸਕਦਾ ਇੰਡੀਆ 'ਚ, ਪਰ ਮੈਨੂੰ ਉਮੀਦ ਘੱਟ ਹੈ। ਡਰਾਵਾ ਜ਼ਿਆਦਾ ਦਿੱਤਾ ਗਿਆ, ਡਰਾਵਾ ਇੱਕ ਮੀਡੀਆ ਆਊਟਲੈਟ ਨੇ ਆਪਣੇ ਇੱਕ 1.5-2 ਕਾਲਮ ਦੇ ਖਬਰ ਰਾਹੀਂ ਦਿੱਤਾ ਵਾ, ਕੋਈ ਬਹੁਤੇ ਹੀ ਉਹਦੇ 'ਚ ਕੋਈ ਹੈ ਨਹੀਂਗਾ, ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਉਹਦੇ 'ਚ। ਪਰ ਮਿੰਟੂ ਜੀ ਜਦੋਂ ਮੈਂ ਨਾ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਦੇਖਦਾ ਕਿ ਪੰਜਾਬ ਦੇ ਜਿਹੜੇ ਮਤਲਬ ਕਿ ਲਾ ਲਓ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕ ਐਕਟਿਵ ਨੇ, ਭਾਵੇਂ ਉਹ ਬਾਹਰਲੇ ਮੁਲਕਾਂ ਵਿੱਚ ਬੈਠੇ ਨੇ, ਭਾਵੇਂ ਕਿਤੇ ਵੀ ਫੈਲੇ ਹੋਏ ਨੇ ਦੇਸ਼ ਦੇ ਵਿੱਚ, ਉਹਨਾਂ ਸਾਰਿਆਂ ਦੇ ਵਿੱਚ ਇੱਕ ਹੋੜ ਹੈ। ਕਦੇ ਵੀ ਮੈਂ ਕੋਈ ਹਿੰਦੀ ਬੈਲਟ ਆਪਾਂ ਜਿਹਨੂੰ ਕਹਿ ਦਿੰਦੇ ਆ ਕਿ ਯੂਪੀ ਜਾਂ ਬਿਹਾਰ ਜਾਂ ਹਰਿਆਣੇ ਦੇ ਕਿਸਾਨ ਜਾਂ ਕੋਈ ਉਹ ਜਿੱਥੋਂ ਜੇ ਵੀ ਕਿਸਾਨ ਜਿਹੜੇ ਉੱਥੇ ਮੋਰਚਿਆਂ ਤੇ ਬੈਠੇ ਨੇ, ਉਹਨਾਂ ਨੇ ਕਦੇ ਨਹੀਂ ਕਿਹਾ ਕਿ ਇੱਥੇ ਮੋਰਚੇ 'ਚ ਫੁੱਟ ਪਈ ਹੈ ਜਾਂ ਇਹ ਐਵੇਂ ਨੇ, ਸਾਡਾ ਫਲਾਣਾ ਲੀਡਰ ਏਦਾਂ ਜਾਂ ਦੂਜਾ ਏਦਾਂ। ਤੇ ਆ ਪਿਛਲੇ ਕੁਝ ਦਿਨਾਂ ਤੋਂ ਇੱਕ ਚਰਚਾ ਇਹੋ ਜਿਹੀ ਫੈਲ ਰਹੀ ਹੈ, ਮੈਂ ਇੱਕ ਵੀਡੀਓ ਦੇਖ ਰਹੀ ਸੀ, ਉਹ 'ਚ ਕਹਿ ਰਿਹਾ ਸੀ, ਉਹ ਕਹਿੰਦੇ ਤੁਸੀਂ ਐਵੇਂ ਰੌਲਾ ਰੱਪਾ ਪਾਈ ਜਾਂਦੇ ਹੋ, ਇੱਥੇ ਤਾਂ ਲੰਗਰ ਮੁੱਕ ਚੱਲਿਆ, ਨਹੀਂ ਯਕੀਨ ਤੇ ਕਹਿੰਦੇ ਜਾ ਕੇ ਦੇਖ ਲਓ। ਮਤਲਬ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਜ਼ਿਆਦਾਤਰ ਇਹ ਪੰਜਾਬੀ ਦੇ ਵਿੱਚ ਟਵੀਟ ਨੇ, ਪੰਜਾਬ ਲਈ ਜ਼ਿਆਦਾਤਰ ਇੱਕ ਦੂਜੇ ਨਾਲ ਮਾਰ ਰਹੇ ਨੇ। ਇਹਨੂੰ ਕਿੱਦਾਂ ਦੇਖਦੇ ਹੋ ਕਿ ਸਮਝ ਨਹੀਂ ਰਹੇ ਕਿ ਉੱਥੇ ਮਸਲਾ ਕੀ ਹੈ, ਅਸੀਂ ਗਏ ਕਿਸ ਵਾਸਤੇ ਆ? ਅਸੀਂ ਬਿਨਾਂ ਗੱਲ ਦੇ ਸੋਸ਼ਲ ਮੀਡੀਆ ਉੱਤੇ ਚਰਚੇ ਕਰ ਰਹੇ ਹਾਂ ਜੀ, ਕੋਈ ਪੱਖੇ ਮੰਗ ਰਿਹਾ ਜੀ, ਇਹ ਜੀ ਦਾਨ ਇਕੱਠਾ ਕਰ ਰਹੇ ਨੇ ਜੀ, ਇਹ ਜੀ ਆਪਣੇ ਖਜ਼ਾਨੇ ਭਰ ਰਹੇ ਨੇ, ਹੁਣ ਕਿੱਥੇ ਗਏ ਬਦਾਮਾਂ ਵਾਲੇ, ਹੁਣ ਕਿੱਥੇ ਗਏ ਖੀਰਾਂ ਵਾਲੇ? ਇਹਨੂੰ ਕਿੱਦਾਂ ਦੇਖਦੇ ਹੋ? ਨਹੀਂ ਨਹੀਂ, ਦੇਖੋ
ਉੱਥੇ ਅੱਜ ਵੀ ਤੁਸੀਂ ਦੇਖੋਗੇ ਮੇਰੇ ਦੋਸਤ ਜਿੰਨੇ ਕੁ ਆਇਆ, ਮੈਨੂੰ ਤਾਂ ਥੋੜੇ 2-2.5 ਮਹੀਨੇ ਹੋ ਗਏ, ਮੈਨੂੰ ਲੱਗਦਾ ਕਿ ਮੈਂ ਤਾਂ ਨਹੀਂ ਜਾ ਸਕਿਆ, ਪਰ ਜਿੰਨੇ ਮੇਰੇ ਦੋਸਤ ਜਾਂ ਮੇਰੇ ਜਿੰਨੇ ਨੇੜਲੇ ਕੋਈ ਰਿਸ਼ਤੇਦਾਰ ਹੋ ਕੇ ਆਉਂਦੇ ਆ, ਜੋ ਦੱਸਦੇ ਆ ਟਿੱਕਰੀ ਦੇ ਵਿੱਚ ਤਾਂ ਕਹਿੰਦੇ ਕਿ ਅੱਗੇ ਨਾਲੋਂ ਵੀ ਜ਼ਿਆਦਾ ਸਟਰੈਂਥ ਹੈ। ਜੀ ਸਿੰਘੂ ਦੇ ਵਿੱਚ ਵੀ ਮੋਰਚਾ ਜਿਹੜਾ ਪੂਰਾ ਪੱਬਾਂ ਤੇ ਆ ਗਿਆ, ਮਤਲਬ ਕਿ ਇੱਕ ਵਾਰੀ ਜ਼ਰੂਰ ਉੱਥੇ ਏਦਾਂ ਹੋਇਆ ਕਿ ਸ਼ਾਇਦ ਕੇਂਦਰ ਆ ਜਿਹੜਾ ਉਹ ਸਿੰਘੂ ਤੋਂ ਸ਼ਿਫਟ ਹੋ ਕੇ ਗਾਜ਼ੀਪੁਰ ਚੱਲ ਗਿਆ, ਪਰ ਬਾਅਦ ਦੇ ਵਿੱਚ ਕਹਿੰਦੇ ਕਿ ਉਹ ਮੋਰਚਾ ਵੀ ਹੈ ਜਿਹੜਾ ਪੂਰਾ ਫਿਰ ਜੋਬਨ ਤੇ ਆ ਗਿਆ। ਸੋ ਇਹ ਸੋਸ਼ਲ ਮੀਡੀਆ ਕਈ ਵਾਰ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਕੋਈ ਟ੍ਰੈਂਡ ਸੈੱਟ ਹੋ ਜਾਂਦਾ ਹੈ, ਕਿਉਂਕਿ ਸੋਸ਼ਲ ਮੀਡੀਆ ਦਾ ਇੱਕ ਚੱਲਣ ਹੈ, ਬਹੁਤ ਤੇਜ਼ੀ ਦੇ ਨਾਲ ਵਹਿੰਦਾ, ਉਹ ਵਹਿਨ ਹੈ, ਤਾਂ ਉਹ ਕਈ ਵਾਰ ਇਹ ਹੁੰਦਾ ਕਿ ਜਿਹੜਾ ਵਹਿਨ ਹੁੰਦਾ ਹੈ ਤਾਂ ਉਹ ਕਿਨਾਰਿਆਂ ਦੇ ਨਾਲ ਲੱਗੀਆਂ ਦੂਜੀਆਂ ਚੀਜ਼ਾਂ ਨੂੰ ਵੀ ਵਹਾ ਕੇ ਲੈ ਜਾਂਦਾ ਨਾਲ। ਇਹ ਵਹਿਣ ਹੀ ਐਸਾ, ਜਿਵੇਂ ਇਹ ਖਬਰ ਹੈ, ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ, ਯਤਨ ਹੀ ਨਹੀਂ ਕੀਤਾ, ਐਨਾਲਿਸਿਸ ਹੀ ਨਹੀਂ ਕੀਤਾ ਇਹਨਾਂ ਚੀਜ਼ਾਂ ਦਾ ਕਿ ਇਹ ਕਿੱਥੋਂ ਆਈ ਆ ਖਬਰ। ਅਸੀਂ ਬਸ ਅੱਗੇ ਤੋਂ ਅੱਗੇ ਤੋਰਦੇ ਗਏ। ਚਲੋ ਡਰ ਸੁਭਾਵਿਕ ਆ ਕਿ ਹੁੰਦਾ ਹੀ ਆ, ਫਿਕਰ ਤੁਹਾਨੂੰ ਆਪਣਿਆਂ ਦਾ ਹੁੰਦਾ ਹੀ ਆ, ਜਿਹੜਾ ਪਾਸੇ ਕੋਈ ਬੈਠਾ ਹੁੰਦਾ ਤੁਹਾਡਾ ਜੀ, ਪਰੰਤੂ ਗੱਲ ਇਹ ਆ ਕਿ ਸਾਡਾ ਕੰਮ ਹੈ, ਇਹ ਲੋਕਾਂ ਦਾ ਕੰਮ ਨਹੀਂ ਹੈ। ਜੋ ਅਸੀਂ ਮੀਡੀਆ 'ਚ ਮਜ਼ਦੂਰੀ ਕਰਦੇ ਆ ਜਾਂ ਅਸੀਂ ਆਪਣਾ ਉਜਰਤ ਲੈ ਕੇ ਪੇਟ ਪਾਲਦੇ ਆ, ਕੰਮ ਕਾਰ ਕਰਦੇ ਆ, ਅਸੀਂ ਮੀਡੀਆ ਪਰਸਨ ਲੋਕ ਆ ਜਿਹੜੇ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਈਡ ਬਾਈ ਸਾਈਡ ਇਹਨਾਂ ਚੀਜ਼ਾਂ ਦੀ ਘੋਖ ਕਰਦੇ ਚੱਲੀਏ ਕਿ ਗੱਲ ਕਿੱਥੋਂ ਚੱਲਦੀ ਹੈ, ਕਿਉਂਕਿ ਅਸੀਂ ਰੋਟੀ ਆਫਟਰ ਆਲ ਇਸੇ ਚੀਜ਼ ਦੀ ਖਾਂਦੇ ਆ ਨਾ, ਹੋਰ ਤਾਂ ਸਾਡਾ ਕੋਈ ਉਹ ਨਹੀਂ ਹੈਗਾ। ਸਾਡਾ ਕੀ ਹੈ, ਸਾਡਾ ਸਿਧਾਂਤ ਵੀ ਇਹੀ, ਸਾਡਾ ਫਰਜ਼ ਵੀ ਇਹ ਆ। ਤਾਂ ਇਹ ਚੀਜ਼ਾਂ ਥੋੜੀਆਂ ਜਿਹੀਆਂ ਸਾਨੂੰ ਵੀ ਵੇਖਣੀਆਂ ਪੈਣਗੀਆਂ, ਪਰ ਮੇਰੇ ਖਿਆਲ ਦੇ ਨਾਲ ਐਸਾ ਕੁਝ ਨਹੀਂ ਹੈ, ਕਿਉਂਕਿ ਇਹ ਲੜਾਈ ਤੁਹਾਨੂੰ ਵੇਖਣੀ ਪਏਗੀ ਕਿ ਇਹ ਲੜਾਈ ਕੋਈ ਹਾਸੇ ਵਾਲੀ ਲੜਾਈ ਨਹੀਂ ਹੈ, ਇਹ ਕੋਈ ਬੱਚਿਆਂ ਵਾਲੀ ਲੜਾਈ ਨਹੀਂ ਹੈ ਕਿ ਅੱਜ ਤੁਸੀਂ ਲੜ ਪਏ, ਕੱਲ ਨੂੰ ਸਕੂਲ ਦੇ ਵਿੱਚ ਜਾ ਕੇ ਫਿਰ ਇਕੱਠੇ ਹੋ ਜਾਓਗੇ। ਅੱਜ ਤੁਸੀਂ ਹਾਰ ਗਏ, ਇਟ ਮੀਨ ਕਿ ਤੁਹਾਡਾ ਜਿਹੜਾ ਮੁਸਤਕਬਲ ਹੈ, ਤੁਹਾਡਾ ਜਿਹੜਾ ਮੁਕੱਦਰ ਆ, ਉਹ ਦਾਅ ਤੇ ਲੱਗ ਜਾਏਗਾ। ਦਾਅ ਤੇ ਲੱਗਣ ਦਾ ਮਤਲਬ ਕੀ ਹੁੰਦਾ ਹੈ? ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਅੱਜ ਸਾਡੇ ਬੱਚੇ 5-7 ਕਿੱਲਿਆਂ ਵਾਲੇ ਦੇ ਬੱਚੇ ਜਿਹੜੇ ਆ ਉਹ ਕੈਨੇਡਾ ਨਿਊਜ਼ੀਲੈਂਡ ਤੱਕ ਪਹੁੰਚੇ ਪਏ ਆ। ਤੁਸੀਂ ਸੋਚ ਸਕਦੇ ਹੋ ਕਿ ਜੇ ਤੁਹਾਡੇ ਕੋਲ ਇਹ ਖਰੀਦ ਵਾਲਾ ਢਾਂਚਾ ਨਾ ਹੋਵੇ, ਮੰਡੀਕਰਨ ਦਾ ਢਾਂਚਾ ਨਾ ਹੋਵੇ, ਜੇ ਤੁਹਾਡੇ ਕੋਲ ਚੰਗੀ ਇਹ ਜ਼ਰਖੇਜ਼ ਜ਼ਮੀਨ ਨਾ ਹੋਵੇ, ਕੀ ਇਹ ਸੰਭਵ ਹੈ? 5-7 ਕਿੱਲੇ ਜ਼ਮੀਨ ਵਾਲੇ ਤੇ ਵਿਚਾਰੇ ਇੱਥੇ ਦਾਣਾ ਮੰਡੀਆਂ 'ਚ ਬਿਹਾਰ ਤੋਂ ਆ ਕੇ ਪੂਰਬੀਏ ਜਿਹੜੇ ਮਜ਼ਦੂਰੀ ਕਰਦੇ ਨੇ ਸਾਡੇ ਉਰੇ, ਤਾਂ ਸਾਡੇ ਬੱਚੇ ਉੱਥੇ ਕੈਨੇਡਾ 'ਚ ਨਾ ਸਿਰਫ ਪੜ੍ਹਦੇ ਨੇ, ਸੈਟਲਡ ਹੁੰਦੇ ਨੇ, ਬਾਅਦ 'ਚ ਆਪਣੇ ਮਾਪਿਆਂ ਨੂੰ ਵੀ ਬੁਲਾਉਂਦੇ ਨੇ। ਆਹੀ ਹੈ ਨਾ। ਸੋ ਇਹ ਫਰਕ ਹੈ, ਬੇਸਿਕ ਫਰਕ ਹੈ। ਸੋ ਜੇ ਤੁਸੀਂ ਇਸ ਚੀਜ਼ ਨੂੰ ਬਚਾਉਣਾ ਹੈ, ਮਤਲਬ ਹੁਣ ਆਮ ਤੌਰ ਤੇ ਸਵਾਲ ਕੀਤਾ ਜਾਂਦਾ ਕਿ ਫਲਾਣਾ ਕਿਉਂ ਨਹੀਂ ਬੋਲਦਾ, ਫਲਾਣਾ ਕਿਉਂ ਨਹੀਂ ਬੋਲਦਾ। ਮੈਂ ਕਹਿੰਦਾ ਹੁੰਦਾ ਕਿ ਯਾਰ, ਇੱਕ ਬੰਦੇ ਕੋਲ ਆਈਫੋਨ ਹੈ, ਇੱਕ ਬੰਦੇ ਦੀ ਮੁੱਠੀ 'ਚ ਹਵਾ ਹੈ, ਤਾਂ ਜੇ ਤੁਸੀਂ ਉਹਦਾ ਆਈਫੋਨ ਖੋਹੋਗੇ ਉਹ ਤਾਂ ਜ਼ੋਰ ਲਾਊਗਾ ਕਿ ਮੈਂ ਨਹੀਂ ਦੇਣਾ, ਤੇ ਜਿਹਦੇ ਕੋਲ ਹਵਾ ਉਹ ਤਾਂ ਕਹੂਗਾ ਲੈ ਜਾ ਭਰਾਵਾ, ਲੈ ਜਾ ਕੇ ਪਕਾਨੇ 'ਚ ਭਰ ਲਾ। ਸੋ ਇਹ ਚੀਜ਼ਾਂ ਦਾ ਬੇਸਿਕ ਫਰਕ ਹੈ। ਮੈਂ ਕਹਿੰਦਾ ਕਿ ਇਹ ਕੋਈ ਹਾਦਸਾ ਨਹੀਂ ਹੈ, ਸਾਨੂੰ ਸੀਰੀਅਸ ਹੋ ਕੇ ਚੱਲਣਾ ਪਏਗਾ। ਕਿਉਂ? ਕਿਉਂਕਿ ਤੁਸੀਂ ਇਹ ਦੇਖੋ, ਤੁਸੀਂ ਹਾਲੇ ਲੜਾਈ ਦੇ ਵਿੱਚੋਂ, ਮੈਦਾਨ ਦੇ ਵਿੱਚੋਂ ਤੁਸੀਂ ਲੜਾਈ ਸ਼ੁਰੂ ਕੀਤੀ ਹੈ, ਅੰਜਾਮ ਤੇ ਨਹੀਂ ਪਹੁੰਚਾਈ ਹਾਲੇ, ਤਾਂ ਤੁਹਾਨੂੰ ਅੰਜਾਮ ਕਿਸ ਤਰ੍ਹਾਂ ਦੇ ਭੁਗਤਣੇ ਪੈ ਰਹੇ ਨੇ। ਮੁਕਾਮ ਤੇ ਨਹੀਂ ਲਗਾਏ ਤੁਸੀਂ, ਅੰਜਾਮ ਤੇ ਆ ਗਏ। ਅਗਲੇ ਨੇ ਕੀ ਕੀਤਾ ਕਿ ਤੁਹਾਡੀ ਉਹ ਜਿਹੜੀ DAP ਹੈ ਉਹਦਾ ਰੇਟ ਵਧਾ ਦਿੱਤਾ, ਰੂਰਲ ਡਿਵੈਲਪਮੈਂਟ ਫੰਡ ਤੁਹਾਡਾ ਰੋਕ ਦਿੱਤਾ, ਤੁਹਾਨੂੰ ਕਹਿਤਾ ਕਿ ਆੜਤੀਆਂ ਨੂੰ ਪੈਸਾ ਦੇਣਾ ਤਾਂ ਆਪਣੇ ਕੋਲੋਂ ਦਿਓ, ਟੈਕਸ ਪੇਅਰਸ ਦਾ ਪੈਸਾ ਦੇ ਰਹੇ ਆ। ਹੁਣ ਤੁਹਾਨੂੰ ਪਤਾ ਹੀ ਹੈ ਪੰਜਾਬ ਗਵਰਨਮੈਂਟ ਵਾਲੇ, ਮਤਲਬ ਕਿ ਉਹ ਸਾਡਾ ਪੈਸਾ ਆੜਤੀਆਂ ਨੂੰ ਹੁਣ ਦਿੱਤਾ ਜਾ ਰਿਹਾ ਕਿ ਕੰਮ ਜਿਹੜਾ ਚੱਲਦਾ ਰੱਖੀਏ, ਪਰ ਕਦੋਂ ਤੱਕ ਅਸੀਂ ਅਫੋਰਡ ਕਰਾਂਗੇ, ਵੱਡਾ ਸਵਾਲ ਆ। ਮਤਲਬ ਕਿ ਤੁਸੀਂ ਇਹ ਦੇਖੋ ਕਿ ਕਿੰਨੇ ਉਹ ਝਟਕੇ ਦੇ ਰਿਹਾ। ਕੱਲ ਨੂੰ ਯੂਰੀਆ ਵੀ ਡੀਰੈਗੂਲੇਟ ਕਰਨਗੇ ਉਹ। ਮੇਰੀ ਗੱਲ ਯਾਦ ਰੱਖਿਓ, ਮੈਂ ਫਰਵਰੀ 'ਚ, ਮੈਂ ਤੇ ਰਾਜੇਵਾਲ ਸਾਹਿਬ ਸੀ ਦੋ ਬੰਦੇ ਜਿਨ੍ਹਾਂ ਨੇ ਫਰਵਰੀ 'ਚ ਰੌਲਾ ਪਾਇਆ ਸੀਗਾ, ਫਰਵਰੀ ਆ ਨਹੀਂ, ਪਿਛਲੀ ਫਰਵਰੀ 2020 ਵਾਲੀ, ਕਿ ਆਰਡੀਨੈਂਸ ਆ ਰਹੇ ਨੇ, ਆਰਡੀਨੈਂਸ ਆਏ। ਮੈਂ ਹੁਣ ਵੀ ਰੌਲਾ ਪਾ ਰਿਹਾ ਕਿ ਯੂਰੀਆ ਵੀ ਡੀਰੈਗੂਲੇਟ ਹੋਏਗੀ, ਇਹ FCI ਦੀ ਫੁੱਲ ਫਲੈਜਡ ਪ੍ਰੋਕਿਉਰਮੈਂਟ ਵੀ ਜਿਹੜੀ ਹੈ ਬੰਦ ਕਰਨਗੇ। ਅੱਜ ਤੁਸੀਂ ਦੇਖ ਲਓ ਕਿ 20-25% ਜਿਹੜੀ ਆ ਆਫੀਸ਼ੀਅਲੀ ਉਹ ਖਰੀਦਣਗੇ, ਬਾਕੀ ਸਾਡੀਆਂ ਏਜੰਸੀਆਂ ਦੇ ਥਰੂ ਖਰੀਦਣਗੇ। ਉਹਦਾ ਕਾਰਨ ਇਹ ਆ ਕਿ ਉਹ ਪੈਸਾ ਸਾਨੂੰ ਦੇਣਾ ਪਏਗਾ ਆੜਤੀਆਂ ਨੂੰ, ਸਫਾਈ ਦਾ, ਸਲਾਈ ਦਾ, ਦਾਮੀ ਹੈ, ਕਮਿਸ਼ਨ ਹੈ, ਉਹ 80% ਪ੍ਰੋਕਿਉਰਮੈਂਟ ਦਾ ਬੋਝ ਤਾਂ ਸਾਡੇ ਤੇ ਪੈ ਗਿਆ। ਬਾਕੀ ਤਾਂ ਸਾਰਾ ਕੁਝ ਹੋ ਗਿਆ, ਸਿਰਫ ਇੱਕ ਖੁੱਲੀ ਮੰਡੀ ਰਹਿ ਗਈ ਕਿ ਖੁੱਲੀ ਮੰਡੀ 'ਚ ਪ੍ਰਾਈਵੇਟ ਪਲੇਅਰ ਦਾ ਆਉਣਾ ਬਾਕੀ ਹੈ, ਬਾਕੀ ਸਭ ਕੁਝ ਹੋ ਜੂ। ਤਾਂ ਡੀਰੈਗੂਲੇਟ ਵੀ ਕਰ ਦੇਣਗੇ ਯੂਰੀਆ। ਤੁਹਾਡਾ ਗੱਟਾ ਜਿਹੜਾ ਉਹ ਕੱਲ ਨੂੰ 1000 ਦਾ ਹੋ ਜਾਂਦਾ ਹੈ, 800 ਦਾ ਹੋ ਜਾਂਦਾ ਹੈ। ਦੈਨ ਕੀ ਆ ਕਿ ਤੁਹਾਡੀ ਇਨਪੁਟ ਕਾਸਟ ਕਿੱਥੇ ਚੱਲ ਜਾਏਗੀ? ਡੀਜ਼ਲ ਉਹ ਲਗਾਤਾਰ ਮੁਸਲਸਲ ਵਧਾ ਰਹੇ ਆ, ਇਨਪੁਟ ਕਾਸਟ ਦਾ ਵਧਣਾ, ਤਾਂ ਉਧਰੋਂ ਤੁਹਾਡਾ MSP ਉਹਨਾਂ ਦੇ ਹੱਥ 'ਚ ਹੈ, MSP ਉਹ ਘਟਾ ਦੇਣਗੇ। ਮਤਲਬ ਕਿ ਇਨਪੁਟ ਕਾਸਟ ਵਧਾਤੀ, ਇਹ MSP ਘਟਾਤੀ, ਤੁਹਾਡਾ ਨਫਾ ਨੁਕਸਾਨ ਹੈ ਜਿਹੜਾ ਉਹ ਜਦੋਂ ਗੜਬੜਾ ਜਾਂਦਾ ਹੈ, ਨਫਾ ਘਟ ਜਾਂਦਾ, ਨੁਕਸਾਨ ਵੱਧ ਜਾਂਦਾ ਹੈ। ਛੋਟਾ ਕਿਸਾਨ 1 ਸਾਲ ਵੀ ਸਰਵਾਈਵ ਨਹੀਂ ਕਰ ਸਕਦਾ। ਉਹ ਇਸ ਕਰਕੇ ਆ
ਉਹ ਇਸ ਕਰਕੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਟੱਡੀਆਂ ਦੇਖ ਲਓ, ਮੇਰੇ ਡੈਸਕਟਾਪ ਤੇ 2 ਸਟੱਡੀਆਂ ਪਈਆਂ ਨੇ, ਇੱਕ ਇਸਰੋ ਦੀ ਹੈ, ਇੱਕ ਇਨਵਾਇਰਮੈਂਟਲ ਇੰਟਰਨੈਸ਼ਨਲ ਇੰਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ, ਉਹਦੀ ਸਟੱਡੀ ਹੈ। ਹੁਣ ਦੋਨੇ ਸਟੱਡੀਆਂ ਕੀ ਕਹਿੰਦੀਆਂ ਨੇ, ਉਹ ਇਹ ਕਹਿੰਦੀਆਂ ਨੇ ਜਿਹੜੀ ਇਸਰੋ ਵਾਲੀ ਹੈ ਕਿ ਤੁਹਾਡੀ 37% ਜ਼ਮੀਨ ਜਿਹੜੀ ਹੈ ਉਹ ਕਹਿ ਲਓ ਕਿ ਉਪਜਾਊ ਸ਼ਕਤੀ ਜਿਹੜੀ ਗਵਾ ਰਹੀ ਹੈ ਇੰਡੀਆ ਦੀ, ਚਾਹੇ ਉਹ ਇਰੀਗੇਸ਼ਨ ਵਾਲੀ ਜ਼ਮੀਨ ਹੋਵੇ, ਚਾਹੇ ਉਹ ਕਹਿ ਲਓ ਬਰਾਨੀ ਹੋਵੇ। ਤੇ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ 50% ਤੱਕ ਚੱਲ ਜੂਗੀ ਜ਼ਮੀਨ, ਮਤਲਬ ਕਿ ਅੱਧੀ ਜ਼ਮੀਨ ਇੰਡੀਆ ਦੀ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਆਪਣੀ ਉਤਪਾਦਨ ਦੀ ਜਿਹੜੀ ਸ਼ਕਤੀ ਹੈ, ਸਮਰੱਥਾ ਹੈ, ਜਿਹੜੀ ਤਾਕਤ ਹੈ, ਜਿਹੜੀ ਉਹ ਗਵਾ ਦੇਗੀ। ਫਿਰ ਜਿਹੜੀ ਉਹ ਹਾਂਜੀ ਨਹੀਂ ਬੰਜਰ ਨਹੀਂ ਹੁੰਦੀ, ਉਹ ਮਤਲਬ ਕਿ ਉਤਪਾਦਨ ਘਟ ਗਿਆ ਤੁਹਾਡਾ, ਜਿੱਥੇ ਤੁਹਾਡਾ ਝਾੜ 40 ਮਣ ਆ ਉਹ ਤੁਹਾਡਾ ਝਾੜ ਘਟ ਕੇ ਰਹਿ ਜਾਊਗਾ 30 ਮਣ। ਮਤਲਬ ਇਹ ਆ, ਮੈਂ ਉਹਦਾ ਸਿੱਟਾ ਕੀ ਕੱਢਿਆ ਕਿ ਜਿਸ ਤਰ੍ਹਾਂ ਬਰਾਨੀ ਹੈ, ਬਰਾਨੀ ਚੋਂ 30% ਘਟ ਜਾਊਗਾ ਉਤਪਾਦਨ, ਜਿਵੇਂ ਰਾਜਸਥਾਨ ਚ ਬਾਜਰਾ, ਗੁਆਰਾ, ਜਵਾਰ ਵਗੈਰਾ ਹੁੰਦੀ ਹੈ ਤਾਂ ਉਹਨਾਂ ਦਾ ਘਟ ਜਾਏਗਾ। ਤੇ ਜਿੱਥੇ ਸਾਡੀ ਮਤਲਬ ਕਿ ਜਿਵੇਂ ਹੁਣ ਅਸੀਂ ਸਿੰਜਾਈ ਵਾਲੀ ਭੂਮੀ ਰੱਖਦੇ ਹਾਂ, ਜ਼ਿਆਦਾ ਜ਼ਮੀਨ ਸਾਡੀ ਪਾਣੀ ਜਿੱਥੇ ਲੱਗਦਾ ਉਹ ਆ, ਤਾਂ ਸਾਡਾ ਉਤਪਾਦਨ ਘਟ ਜਾਏਗਾ 15 ਤੋਂ 20%, ਪਰ ਉਹਦਾ ਲਾਸ ਹੋਏਗਾ ਨਾ, ਉਹ ਲਾਸ ਹੋਏਗਾ। ਤਾਂ ਤੁਸੀਂ ਆਪ ਸਮਝ ਲਓ ਕਿ ਇਹ ਆਪ ਕਹਿ ਰਹੇ ਨੇ ਇਸਰੋ ਵਾਲੇ ਕਿ ਫੂਡ ਦੀ ਬਹੁਤ ਜ਼ਿਆਦਾ ਕਿੱਲਤ ਹੋ ਜਾਏਗੀ, ਫੂਡ ਦੀ ਕਿੱਲਤ ਹੋ ਜਾਏਗੀ। ਔਰ ਇਹੀ ਸਟੱਡੀ ਜਿਹੜੀ ਆ ਉਹ ਦਿੰਦੇ ਨੇ ਦੂਸਰੇ, ਜਿਹੜਾ ਮੈਂ ਤੁਹਾਨੂੰ ਦੱਸਿਆ IPSS ਉਹਨੂੰ ਬੋਲਦੇ ਨੇ ਉਹ IPCC। ਤਾਂ ਉਹ ਕੀ ਕਹਿ ਰਿਹਾ, IPCC ਵੀ ਇਹੀ ਕਹਿ ਰਿਹਾ ਕਿ ਦੇਖੋ ਜੀ ਗੱਲ ਇਹ ਆ ਕਿ 2050 ਤੱਕ ਤੁਹਾਨੂੰ 60% ਐਕਸਟਰਾ ਫੂਡ ਦੀ ਜ਼ਰੂਰਤ ਪਵੇਗੀ। ਤਾਂ ਉਸ ਸੂਰਤ ਦੇ ਵਿੱਚ ਕੀ ਹੈ ਕਿ ਬਾਦਸ਼ਾਹ ਕੌਣ ਹੋਏਗਾ, ਜਿਹਦੇ ਕੋਲ ਫੂਡ ਹੋਏਗਾ। ਬਾਦਸ਼ਾਹ ਕੌਣ ਹੈ? ਅੱਜ ਦੀ ਤਰੀਕ ਦੇ ਵਿੱਚ ਅਸੀਂ ਬਾਦਸ਼ਾਹ ਹੈ। ਤੁਸੀਂ ਟਰਾਲੀਆਂ ਦੇ ਪਿੱਛੇ ਕਿਤੇ ਵੇਖਿਓ, ਟਰਾਲੀ ਤਾਂ ਟੁੱਟੀ ਜੀ ਹੁੰਦੀ ਹੈ ਪਰ ਮਗਰ ਲਿਖਿਆ ਹੁੰਦਾ ਖੇਤਾਂ ਦਾ ਰਾਜਾ, ਖੇਤਾਂ ਦਾ ਰਾਜਾ। ਖੇਤਾਂ ਦਾ ਰਾਜਾ ਤੋਂ ਕੀ ਭਾਵ ਹੈ? ਭਾਵੇਂ ਵਿਚਾਰੇ ਨੇ ਕਰਜ਼ੇ ਤੇ ਟਰਾਲੀ ਲਈ ਹੋਵੇ, ਪਰ ਜਦੋਂ ਖੇਤ 'ਚ ਜਾਂਦਾ ਤਾਂ ਉਹਨੂੰ ਐਂ ਲੱਗਦਾ ਕਿ ਮੈਂ ਬਾਦਸ਼ਾਹ। ਬਾਦਸ਼ਾਹ ਇਸ ਕਰਕੇ ਕਿਉਂ? ਕਿਉਂਕਿ ਜਿਹੜਾ ਆਪਾਂ ਸ਼ਬਦ ਇਸਤੇਮਾਲ ਕਰਦੇ ਹਾਂ ਧਨਵਾਨ, ਧਨਵਾਨ ਕਿੱਥੋਂ ਆਇਆ? ਧਾਨ ਤੋਂ। ਕਿ ਉਸ ਟਾਈਮ ਕ੍ਰਾਂਤੀ ਜਿਹੜੀ ਸੀਗੀ ਉਹ ਫੂਡ ਸੀ, ਕਿਸੇ ਸਮੇਂ ਨੋਟ ਨਹੀਂ ਸੀਗੇ, ਤਾਂ ਜਿਹਦੇ ਕੋਲ ਫੂਡ ਸੀ ਉਹ ਧਨਵਾਨ। ਸੋ ਇਸੇ ਤਰ੍ਹਾਂ ਅੱਜ ਅਸੀਂ ਧਨਵਾਨ ਆ, ਪਰ ਉਹ ਕੀ ਕਰਨਾ ਚਾਹੁੰਦੇ ਨੇ ਕਿ ਉਹ ਸਾਡੇ ਤੋਂ ਸਾਡਾ ਧਨ ਇਸੇ ਤਰ੍ਹਾਂ ਖੋ ਕੇ ਸਾਨੂੰ ਘਾਟੇ ਚ ਲਿਜਾ ਕੇ ਆਪਣੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਲਿਆ ਕੇ ਜਿਹੜੀਆਂ ਕਿ ਸਾਡੇ ਲਈ ਬਹੁਤ ਮਾਰੂ ਸਾਬਤ ਹੋਣ, ਅਸੀਂ ਆਪ ਹੀ ਕਹਿ ਦਈਏ ਕਿ ਸਰੈਂਡਰ ਕਰਕੇ ਕਿ ਹਾਂ ਭਾਈ ਜ਼ਮੀਨ ਸਾਂਭ ਲਓ ਅਸੀਂ ਚੱਲੇ ਆ, ਤਾਂ ਉਹਨਾਂ ਨੂੰ ਇੱਕ ਤਾਂ ਲੇਬਰ ਕਲਾਸ ਜਿਹੜੀ ਆ ਉਹ ਵੱਧ ਜੂਗੀ, ਸਸਤੀ ਲੇਬਰ ਪ੍ਰੋਵਾਈਡ ਹੋ ਜੂਗੀ। ਕਿਉਂਕਿ ਗਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੋਲਡ ਵਾਰ ਸ਼ੁਰੂ ਹੋ ਚੁੱਕੀ ਆ, ਚਾਈਨਾ ਦੇ ਬਰੋਬਰ ਇਹਨਾਂ ਨੇ ਇੰਡੀਆ ਨੂੰ ਖੜਾ ਕਰਨਾ ਹੀ ਕਰਨਾ, ਜਿਵੇਂ ਇੰਡੀਆ ਬਰੋਬਰ ਪਾਕਿਸਤਾਨ ਖੜਾ ਕੀਤਾ ਸੀ 2000 ਤੱਕ। ਤੁਸੀਂ ਦੇਖ ਲਓ 9/11 ਤੱਕ US ਪਾਕਿਸਤਾਨ ਨੂੰ ਖੁੱਲੇ ਰੂਪ ਚ ਸਪੋਰਟ ਕਰਦਾ ਸੀਗਾ। ਅੱਜ ਇੰਡੀਆ ਦਾ ਕੀ, ਉਹਨਾਂ ਨੇ ਦੇਖ ਲਿਆ ਕਿ ਇੰਡੀਆ ਦਾ ਭਰਾ ਬਣ ਗਿਆ। ਉਹ ਸਮੀਕਰਨ ਬਦਲਦੇ ਰਹਿੰਦੇ ਨੇ। ਸੋ ਕੱਲ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਆ ਕਿ ਜਦ ਬਾਜ਼ਾਰ ਦੇ ਵਿੱਚ ਫੂਡ ਜਿਹੜਾ ਬਹੁਤ ਜ਼ਿਆਦਾ ਵੈਲਿਊਏਬਲ ਬਣ ਜਾਏਗਾ, ਕਿਉਂਕਿ ਜ਼ਮੀਨ ਘਟ ਰਹੀ ਹੈ ਕਲਾਈਮੇਟ ਚੇਂਜ ਕਰਕੇ, ਜ਼ਮੀਨ ਹੋਰ ਘਟੇਗੀ ਔਰ ਪ੍ਰੋਡਕਟਿਵਿਟੀ ਵੀ ਘਟੇਗੀ। ਆਬਾਦੀ ਜਿਹੜੀ ਹੈ ਉਹ ਵੱਧ ਰਹੀ ਹੈ, ਇੰਡੀਆ ਦੀ ਆਬਾਦੀ ਤਾਂ ਬਹੁਤ ਜ਼ਿਆਦਾ ਵੱਧ ਗਈ ਹੈ। ਇੱਕ ਬਹੁਤ ਵੱਡਾ ਦੁਨੀਆ ਦਾ ਬਹੁਤ ਵੱਡਾ ਜਿਹੜਾ ਬਾਜ਼ਾਰ ਹੈ ਉਹ ਇੱਥੇ ਹੀ ਹੈ, ਤੇ ਇੱਥੇ ਹੀ ਇੱਕ ਛੋਟਾ ਜਿਹਾ ਖਿੱਤਾ ਪੰਜਾਬ ਤੇ ਹਰਿਆਣਾ ਜਿਹੜਾ ਕਿ ਫੂਡ ਦਾ ਕਹਿ ਲੋ ਇੱਕ ਭਰਿਆ ਭਰਾਇਆ ਕੌਲਾ ਹੈ। ਉੱਥੇ ਕੁਝ ਕਰਨ ਦੀ ਜ਼ਰੂਰਤ ਨਹੀਂ, ਬਸ ਬੀਜੋ। ਤੇ ਆਪਾਂ ਕੀ ਕਰਦੇ ਹਾਂ ਹੁਣ ਤੁਸੀਂ ਦੇਖ ਲਓ, ਮੈਂ ਖੁਦ ਉਹ ਵਾਈ ਵੀ ਕੀਤੀ ਆ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਦੀ ਹੁੰਦੀ ਸੀ, ਅੱਜ ਵਾਲੀ ਵੀ ਦੇਖਦੇ ਆ ਕਿ ਅੱਜ ਕੀ ਆ ਕਿ ਆਪਾਂ ਹੁਣ ਵਾਢੀਆਂ ਹੁੰਦੀਆਂ, ਵਾਢੀਆਂ ਵਾਲੇ ਸੱਥ 'ਚ ਬੈਠੇ ਹੁੰਦੇ ਆ ਤੇ ਜ਼ਮੀਨ ਦੇ ਵਿੱਚ ਸਾਡੀ ਕੰਬਾਈਨ ਚੱਲਦੀ ਹੈ। ਮਤਲਬ ਕਿ ਇੰਨਾ ਮਸ਼ੀਨੀਕਰਨ ਵੱਧ ਗਿਆ, ਇੰਨੀ ਜ਼ਿਆਦਾ ਸਾਨੂੰ ਸੌਖ ਹੋ ਗਈ ਆ, ਬਹੁਤ ਆਸਾਨੀ ਦੇ ਨਾਲ ਅਸੀਂ ਖੇਤੀ ਕਰ ਲੈਂਦੇ ਆ। ਮਤਲਬ ਕਿ ਇੱਕ ਐਸਾ ਖਿੱਤਾ ਜਿੱਥੇ ਬਹੁਤ ਸੌਖਤਾ ਦੇ ਨਾਲ, ਬਹੁਤ ਆਸਾਨੀ ਦੇ ਨਾਲ ਫੂਡ ਜਿਹੜਾ ਉਹ ਪੈਦਾ ਕੀਤਾ ਜਾ ਸਕਦਾ। ਪਰ ਰੌਲਾ ਇਹ ਆ ਕਿ ਉਹ ਕਿਸਾਨ ਹੈ ਜਿਹੜਾ ਵਿਚਾਰਾ, ਉਹ ਇੰਨਾ ਖੁਸ਼ਹਾਲ ਨਹੀਂ ਹੈਗਾ ਕਿ ਉਹ ਇਸ ਬਾਜ਼ਾਰ ਦਾ ਕੱਲ ਨੂੰ ਫਾਇਦਾ ਚੁੱਕ ਲਏਗਾ। ਸੋ ਉਹ ਜਿਹੜਾ ਬਾਜ਼ਾਰ ਆ ਉਹਦੇ ਵਿੱਚ ਆ ਕੇ ਵਪਾਰੀ ਖਲੋ ਰਿਹਾ। ਸਾਨੂੰ ਇਹ ਚੀਜ਼ ਸਮਝ ਨਹੀਂ ਪਵੇਗੀ। ਜੇ ਅਸੀਂ ਇਹ ਚੀਜ਼ ਨਹੀਂ ਸਮਝ ਪਾ ਰਹੇ, ਅਸੀਂ ਧੜਿਆਂ 'ਚ ਵੰਡੇ ਜਾ ਰਹੇ ਹਾਂ, ਅਸੀਂ ਜਾਂ ਵਿਚਾਰ ਤੇ ਆਧਾਰਿਕ ਮਤ ਭੇਦਾਂ ਦਾ ਸ਼ਿਕਾਰ ਹੋ ਰਹੇ ਹਾਂ, ਜਾਂ ਸਾਡੀਆਂ ਕੋਈ ਪਰਸਨਲ ਕੋਈ ਦਵੈਸ਼ਾਂ ਨੇ, ਸਾਡੀਆਂ ਆਪਸ ਦੇ ਵਿੱਚ ਕੋਈ ਖੁੰਦਕਾਂ ਨੇ, ਤਾਂ ਇਹ ਫਿਰ ਬਹੁਤ ਜ਼ਿਆਦਾ ਨੁਕਸਾਨ ਕਰਨਗੀਆਂ। ਸਾਨੂੰ ਤੇ ਸਗੋਂ ਇਕਜੁੱਟਤਾ ਦਿਖਾ ਕੇ ਤੇ ਆਪਣਾ ਇਹ ਜਿਹੜਾ ਬਾਉਲ ਹੈ, ਜਿਹੜਾ ਸਾਡਾ ਕੌਲਾ ਆ ਫੂਡ ਵਾਲਾ, ਇਹ ਬਚਾਉਣ ਦੀ ਲੋੜ ਆ। ਖੇਤਾਂ ਦੇ ਰਾਜਿਆਂ ਨੂੰ
कह लो कि अपने ही खेतों के विच फकीर करन दा झोला छाप फकीर ने पूरा प्रबंध किया, तो ये लड़ाई लड़नी चाहिए है। और ये खेत पंजाबी तो आसानी नाल देणगे नहीं। तुसी कदे किसान नूं चंगी तरह देखो, मेरा बापू जांदा हुंदा सीगा, मेरा बापू हमेशा क्योंकि साडे कससी दी वारी लगदी है, तुहानूं पता ही है मालवे च, ते पानी दी वारी लगदी है। ਉਹ ਜਦੋਂ पानी दी वारी लाउण ਜਾਂਦੇ एक मोढे ते कई हुंदी ते एक च गंडासा होया करदा सी। मैं निक्के ਜਿਹੇ ने सवाल किया कि ये गंडासा कादे लई है, ते साडे बापू ने कहा कि ये रोटी आ, ये रिजक आ, ते ਜਿਹੜੀ ਡਾਂਗ ਹੁੰਦੀ ਹੈ ਨਾ ਇਹ ਉਹਦੀ ਰਾਖੀ ਕਰਦੀ ਆ। ਮੈਨੂੰ ਉਹ ਚੀਜ਼ ਦਾ ਉਦੋਂ ਨਹੀਂ ਪਤਾ ਲੱਗਿਆ। मैं क्या शायद कुत्ते बिल्ले तो कोई राखी कर दी है। अज मैनू पता लग गया कि किसान जिहड़ा अपने हाथ च लाठी क्यों रखता है, क्योंकि उन्हें पता है कि आसे पासों इस तरह का अटैक हो सकता है। सो अज इन्हां दे कोल लाठी हैगी है। मैं कहना कि पंजाबियों ने लड़ाई शुरू की है, शुरू दे विच वेखो तुहाडे ते किन्ने हमले बोलते हैं, गां पता नहीं किन्नी को लड़ाई लड़नी पैनी। एकजुटता बहुत जरूरी है जी। बिल्कुल मिंटू जी, मेरा आखिरी सवाल है, मैं ये समझ रहा सी ਜਦੋਂ ਤੁਹਾਨੂੰ ਅਸੀਂ ਸੁਣਦੇ ਆ ਜਾਂ ਹੋਰ ਵੀ ਅਸੀਂ ਸੀਨੀਅਰ ਜਿਹੜੇ ਆਗੂ ਜਾਂ ਸੀਨੀਅਰ ਲੀਡਰ ਜਾਂ ਜਿਹੜੇ ਸੀਨੀਅਰ ਪੱਤਰਕਾਰ ਉਹਨਾਂ ਨੂੰ ਸੁਣਦੇ ਸਮਝਦੇ ਆ, ਤਾਂ ਇਹ ਸਭ ਦੇ ਵਿਚਾਲਿਓਂ ਜੋ ਕੁਝ ਸਾਨੂੰ ਅੰਦੋਲਨ ਚੋਂ ਸਿੱਖਣ ਨੂੰ ਮਿਲਿਆ ਉਹ ਇੱਕ ਗੱਲ ਤਾਂ ਕਲੀਅਰ ਕਰਦਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਖਾਸ ਕਰ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਕਿਉਂਕਿ ਪੰਜਾਬੀ ਜ਼ਿਆਦਾ ਜ਼ਮੀਨ ਨਾਲ ਹੇਜ ਰੱਖਦੇ ਨੇ, ਤਾਂ ਉਸ ਨੂੰ ਇਹ ਸਿਆਸਤ ਨੂੰ ਸਮਝਣ ਦੇ ਲਈ ਇਹਨੂੰ ਨੇੜਿਓਂ ਵਾਚਣਾ ਨਹੀਂ ਚਾਹੀਦਾ, ਇਹਨੂੰ ਸਮਝਣਾ ਨਹੀਂ ਚਾਹੀਦਾ, ਇਹਨੂੰ ਪੜ੍ਹਨਾ ਨਹੀਂ ਚਾਹੀਦਾ, ਬਜਾਏ ਇਸਦੇ ਕਿ ਅਸੀਂ ਕੋਈ ਫੋਕੀ ਸ਼ੋਹਰਤ ਲਈ, ਜਿਵੇਂ ਤੁਸੀਂ ਕਿਹਾ ਕਿ ਧੜੇਬਾਜ਼ੀ ਲੀਡਰਸ਼ਿਪ ਨੂੰ ਉਭਾਰਨ ਦੇ ਲਈ, ਮਤਲਬ ਕਿ ਸਾਨੂੰ ਇਹਨਾਂ ਚੀਜ਼ਾਂ ਨੂੰ, ਜਿਵੇਂ ਤੁਹਾਡੇ ਵਰਗੇ ਵਿਦਵਾਨ ਤੁਸੀਂ, ਮੈਂ ਤਾਂ ਕਹਾਂਗਾ ਕਿ ਤੁਸੀਂ ਇਸ ਗੱਲ ਨੂੰ ਕੱਲੀ ਨੂੰ ਸਮਝਾ ਰਹੇ ਹੋ ਕਿ ਕਿੱਥੇ ਚਾਈਨਾ, ਕਿੱਥੇ ਇੰਡੀਆ, ਕੀ ਕੁਝ ਵਾਪਰ ਰਿਹਾ ਹੈ। ਸਾਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ। ਭਾਵੇਂ ਕੋਈ ਖਬਰ ਵਾਇਰਲ ਹੁੰਦੀ ਹੈ, ਕੋਈ ਕੁਝ ਵੀ ਹੁੰਦਾ ਹੈ, ਸਿਆਸਤ ਬਿਆਨ ਦੇ ਰਹੀ ਹੈ, ਉਹਦਾ ਪਿਛੋਕੜ ਕੀ ਹੈ, ਸਾਨੂੰ ਹੁਣ ਇਸ ਪੱਖੋਂ ਵੀ ਮਜ਼ਬੂਤ ਹੋਣਾ ਚਾਹੀਦਾ। ਮੇਰਾ ਆਖਰੀ ਸਵਾਲ ਹੈ। बिल्कुल आ तुहाडी गल दुरुस्त है। सानू देखो सब तो पहला ये मीडिया वालियां नू भूमिका अपनी पछाणनी पवेगी। तुहाडे वर्गे जिहड़े यंग जर्नलिस्ट ने उन्हां नू जिम्मेवारी बहुत वधिया निभा रहे आ। अंदोलन दे विच तुहाडे यंग जर्नलिस्ट दा रोल बहुत आला लिखिया जाएगा जदों भी इतिहास लिखिया जाएगा। पर गल यह है कि सानू होर काम करन दी जरूरत आ, क्योंकि ये साडा फर्ज बनदा कि असीं शुरुआती दौर दे विच इन्हां चीज़ां नू फड़ीए। मेरे वर्गा बहुत घट पढ़िया लिखिया बंदा जिन्हां चीज़ां तक पहुंचिया, थोड़ा बहुता समझ के अपना दृष्टिकोण नजरिया बना पाया, तो वो तुहाडे वर्गे जिहड़े पढ़े लिखे मुंडे ने, होर जिहड़ियां बच्चियां ने जर्नलिज्म दे विच, उन्हां नू ये चीज़ देखनी चाहिए। साडे इंटलैक्चुअल ने उन्हां नू अगे आउणा चाहिए ताकि असीं नाल नाल मार्गदर्शन दिंदे चलीए। असीं धड़ेबंदियां च ना वंडे जाइए, असीं खुद धड़े ना क्रिएट करिए। असीं एक न्यूट्रली असीं एक इस तरह की कह लो कि परसैप्शन दईए जिहदे विच उन्हां नूं पता लगे कि हाँ भाई इस धारणा च कोई विंगवाल नहीं है और साडे वास्ते चंगा की है, मंदा की है। जिवें अक्सर कोई सवाल करदे आ मुंडे, तां मैं कह दिंदा कि यार भावें तुसीं किसे नूं आगू ना मन्नो, जे तुहानूं लगदा बाय फॉल्ट तुहानूं लगदा है कि हाँ भाई यार कोई लीडर चजदा नहीं है, तां पर तुसीं अंदोलन नूं चजदा कहो, अंदोलन नाल जुड़े रहो, झंडे दा रंग जिहड़ा मर्जी बना लो, क्योंकि उसे झंडे ने ही तुहाडे जिहड़े पंगे नजिठणे आ। तो झंडा तुहाडा बुलंद रहना चाहिए, ये ना होवे कि तुसीं झंडा सुट देवो। सो ये साडे इंटलैक्चुअल दी, साडे जिहड़े खोजी पत्रकार आ, तुहाडे वर्गे यंग जिहड़े जर्नलिस्ट आ, उन्हां दा इस टाइम मैं कहूँगा कि दुगना काम हो जाता है कि ना सिर्फ नवीं रिसर्च जिहड़ी है वो असीं सामने लियाईए, बल्कि जो एजेंडा उत्तों तो चल के आउंदा है बल्कि असीं उहनूं भी काउंटर करदे चलीए नाल। बिल्कुल बिल्कुल बिल्कुल। शुक्रिया मिंटू जी, बहुत बहुत धन्यवाद समा देने के लिए। धन्यवाद जी सुखविंदर भाजी, धन्यवाद जी।